ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲਿਊਸ਼ਨ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ IRCC ਦੇ ਵੱਲੋਂ ਕੀ ਨਵੇਂ ਰੂਲਸ ਆਏ ਹੈਗੇ ਨੇ, ਕਿਉਂਕਿ ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤਾਂ ਹਰ ਦਿਨ ਨਵਾਂ ਰੂਲ, ਨਵੀਂ ਕੁਛ ਇਨਫੋਰਮੇਸ਼ਨ ਅਪਡੇਟ ਹੁੰਦੀ ਹੈਗੀ ਹੈ। ਉਹਦੇ ਬਾਰੇ ਅੱਜ ਫਿਰ ਤੋਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚੇ ਹੈਗੇ ਆ ਤੇ ਅੱਜ ਸਟੂਡੀਓ ਦੇ ਵਿੱਚ ਵੀਜ਼ਾ ਲਿੰਕ ਇਮੀਗ੍ਰੇਸ਼ਨ ਤੋਂ ਮੇਰੇ ਨਾਲ ਪਹੁੰਚੇ ਹੋਏ ਨੇ ਗੁਰਮੀਤ ਸਿੱਧੂ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਸਿੱਧੂ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਬਿਲਕੁਲ, ਤੇ ਜਿਵੇਂ ਮੈਂ ਗੱਲ ਕੀਤੀ, ਰੂਲਸ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ। ਰੂਲਸ ਵੱਲ ਜਾਣ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਕਾਰੀ ਲੈਣੀ ਚਾਹਾਂਗੇ। ਆਪਣੇ ਬਾਰੇ ਥੋੜਾ ਜਿਹਾ ਵਿਊਅਰ ਨੂੰ ਦੱਸੋ ਥੋੜਾ ਜਿਹਾ। ਮੇਰਾ ਨਾਮ ਗੁਰਮੀਤ ਸਿੱਧੂ ਹੈ ਜੀ। ਮੈਂ ਵੀਜ਼ਾ ਲਿੰਕ ਇਮੀਗ੍ਰੇਸ਼ਨ ਦਾ ਵਨ ਆਫ ਦਾ ਡਾਇਰੈਕਟਰ ਹਾਂ। ਐਕਚੁਅਲੀ ਵੀ ਆਰ ਟੂ ਪਾਰਟਨਰਸ। ਮਿਸਟਰ ਦੇਵ ਗਿੱਲ ਮੇਰੇ ਸੈਕੰਡ ਪਾਰਟਨਰ ਨੇ। ਹੀ ਇਜ਼ ਆਲਸੋ ICCRC ਮੈਂਬਰ। ਤੇ ਸਾਡਾ ਜਿਹੜਾ ਆਫਿਸ ਹੈ ਜੀ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈ ਜੀ, ਐਂਡ ਵੀ ਆਰ ਰਨਿੰਗ ਦਿਸ ਬਿਜ਼ਨਸ ਫਰੋਮ ਲਾਸਟ ਅਬਾਊਟ 9 years ਇਨ Surrey। ਹਾਂਜੀ, that's really nice experience ਐਂਡ ਵੈਰੀ ਸਕਸੈਸਫੁਲੀ ਅਸੀਂ ਕੰਮ ਕਰਦੇ ਪਏ ਹਾਂ ਜੀ। ਵੈਰੀ ਨਾਈਸ। ਤੁਸੀਂ ਆਪਣੇ ਬਾਰੇ ਦੱਸਿਆ ਕਿ 9 years ਤੋਂ ਕੰਮ ਕਰ ਰਹੇ ਹੈਗੇ। ਐਕਸਪੀਰੀਅੰਸ ਆਲਵੇਜ਼ ਮੈਟਰ ਕਰਦਾ। IRCC ਦੀ ਤੁਸੀਂ ਗੱਲ ਕੀਤੀ ਹੈਗੀ ਆ, ICCRC ਦਾ ਮੈਂਬਰ ਹੋਣਾ ਜ਼ਰੂਰੀ ਕਿਉਂ ਹੁੰਦਾ? ਮੈਂ ਜਦੋਂ ਵੀ ਸਾਰਿਆਂ ਨੂੰ ਪੁੱਛਦੀ ਹਾਂ ਦੇ ਲਾਈਕ ਇਹ ਜ਼ਰੂਰ ਹੋਣਾ ਚਾਹੀਦਾ ਕਿ ICCRC ਦਾ ਮੈਂਬਰ ਹੋਣਾ ਚਾਹੀਦਾ, ਰਾਈਟ? ਸੋ ਇਹ ਜ਼ਰੂਰੀ ਕਿਉਂ ਹੁੰਦਾ? ਐਕਚੁਅਲੀ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ। ਇਹ IRCC ਦਾ ਮੈਂਬਰ ਹੋਣਾ ਬਹੁਤ ਜ਼ਰੂਰੀ ਤਾਂ ਹੁੰਦਾ ਜੀ ਕਿਉਂਕਿ ਜਿਹੜਾ ਇਮੀਗ੍ਰੇਸ਼ਨ ਦਾ ਫੀਲਡ ਹੈ ਜੀ, ਇਹਦੇ ਵਿੱਚ ਬਹੁਤ ਸਾਰੇ ਲੋਕ ਅਨਲਾਈਸੈਂਸਡ ਕੰਮ ਕਰਦੇ ਆ ਜੀ। ਕਰੁੱਕ ਕੰਸਲਟੈਂਟਸ ਕਹਿੰਦੇ ਆ ਜੀ ਅਸੀਂ ਉਹਨਾਂ ਨੂੰ। ਸਾਡੀ ਰੈਗੂਲੇਟਰੀ ਬੋਡੀ ਉਹਨਾਂ ਨੂੰ ਕਰੁੱਕ ਕੰਸਲਟੈਂਟਸ ਕਹਿੰਦੀ ਆ। ਗੋਸਟ ਕੰਸਲਟੈਂਟਸ ਵੀ ਕਹਿੰਦੇ ਆ ਜੀ। ਕਿਉਂਕਿ ਜੇ ਉਹਨਾਂ ਦੀ ਕੋਈ, ਜਿਵੇਂ ਮੰਨ ਲਓ ਸਪੋਜ਼ਲੀ ਤੁਸੀਂ ਉਹਨਾਂ ਨੂੰ ਪੇਮੈਂਟ ਦੇਤੀ ਆ ਜਾਂ ਉਹਨਾਂ ਤੁਸੀਂ ਕੰਮ ਲਈ ਆਪਣੇ ਪੈਸੇ ਦੇ ਚੁੱਕੇ ਆ, ਤਾਂ ਤੁਹਾਡੀ ਕੋਈ ਇਹ ਤੁਹਾਨੂੰ ਗਾਰੰਟੀ ਨਹੀਂ ਹੈਗੀ ਕਿ ਕੀ ਉਹ ਕੰਮ ਕੀਤਾ ਜਾਊਗਾ ਜੀ, ਜਾਂ ਤੁਹਾਡੇ ਉਸ ਪੈਸੇ ਦੀ ਜਾਂ ਮਨੀ ਦੀ ਪ੍ਰੋਪਰ ਵੈਲਿਊ ਮਿਲੂਗੀ ਤੁਹਾਨੂੰ। ਸੋ ਰੈਗੂਲੇਟਰੀ ਬੋਡੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਤੁਹਾਨੂੰ ਰੈਗੂਲੇਟ ਕਰਦੇ ਆ। ਉਹ ਸਮੇਂ-ਸਮੇਂ 'ਤੇ ਦੇ ਕੈਨ ਈਵਨ ਆਸਕ ਕਿ ਸਾਡੇ ਅਕਾਊਂਟ ਦੀ ਇਨਫੋਰਮੇਸ਼ਨ ਮੰਗ ਸਕਦੇ ਆ ਕਿ ਸਾਡੇ ਅਕਾਊਂਟ 'ਚ ਕਿੰਨੀ ਮਨੀ ਆ ਰਹੀ ਹੈਗੀ ਹੈ। ਐਂਡ ਈਵਨ ਜੇ ਕੋਈ ਕਿਸੇ ਦਾ ਕੰਮ ਨਹੀਂ ਹੁੰਦਾ ਤਾਂ ICCRC ਨੂੰ ਜੇ ਕੰਪਲੇਂਟ ਕਰਦੇ ਤਾਂ ਸਾਡਾ ਲਾਇਸੈਂਸ ਤੱਕ ਜਿਹੜਾ ਹੈਗਾ ਉਹ ਕੈਂਸਲ ਕਰ ਸਕਦੇ ਆ ਅਤੇ ਅਸੀਂ ਆਪਣੀ ਪ੍ਰੈਕਟਿਸ ਕੈਨੇਡਾ 'ਚ ਤਾਂ ਕਰ ਹੀ ਨਹੀਂ ਸਕਾਂਗੇ ਜੀ। ਸੋ ਬਹੁਤ ਜ਼ਰੂਰੀ ਹੁੰਦਾ ਜੀ ICCRC ਦਾ ਮੈਂਬਰ ਹੋਣਾ ਜੀ। ਸੋ ਤੁਸੀਂ ਇਨ ਕੈਨੇਡਾ ਇਮੀਗ੍ਰੇਸ਼ਨ ਕਰਦੇ ਹੋ ਕਿ ਅਰਾਊਂਡ ਦ ਵਰਲਡ? ਅਸੀਂ ਅਰਾਊਂਡ ਦ ਵਰਲਡ ਕਰਦੇ ਹਾਂ ਜੀ, ਪਰ ਸਾਡਾ ਆਫਿਸ ਇੱਥੇ ਹੀ ਹੈ ਸਰੀ ਦੇ ਵਿੱਚ ਜੀ। ਹਾਂਜੀ, ਆਫਿਸ ਬਾਰੇ ਵੀ ਇਨਫੋਰਮੇਸ਼ਨ ਲਵਾਂਗੇ। ਪਹਿਲਾਂ ਹੁਣ ਆਪਾਂ ਰੂਲਸ ਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਰੂਲਸ ਬਹੁਤ ਅਪਡੇਟ ਹੁੰਦੇ ਰਹਿੰਦੇ ਨੇ, ਐਵਰੀ ਡੇ ਨਵਾਂ ਰੂਲ ਕੁਛ ਨਵਾਂ ਆ ਜਾਂਦਾ। ਹੁਣ ਰੀਸੈਂਟਲੀ IRCC ਤੋਂ ਕੋਈ ਅਪਡੇਟਸ, ਕੋਈ ਬਾਇਓਮੈਟ੍ਰਿਕ ਦੇ ਬਾਰੇ ਜਾਂ ਕੋਈ ਹੋਰ ਅਪਡੇਟ ਆਈ ਹੋਵੇ? ਹਾਂਜੀ, ਬਾਇਓਮੈਟ੍ਰਿਕ ਦੇ ਬਾਰੇ ਕੱਲ੍ਹ ਹੀ ਨਵੀਂ ਜਿਹੜੀ ਅਪਡੇਟ ਆਈ ਹੈ ਜੀ ਕਿ ਇਹਨਾਂ ਨੇ ਹੁਣ ਖੋਲ੍ਹ ਰਹੇ ਨੇ ਜੀ ਆਫਿਸਿਸ, ਜਿੰਨੇ ਵੀ ਸਰਵਿਸ ਕੈਨੇਡਾ ਦੇ ਆਫਿਸਿਸ ਹੈਗੇ ਆ। ਸਰਵਿਸ ਕੈਨੇਡਾ ਡਿਪਾਰਟਮੈਂਟ ਹੈ ਉਹ ਰਿਸਪੋਂਸੀਬਲ ਹੈਗਾ ਬਾਇਓਮੈਟ੍ਰਿਕਸ ਲੈਣ ਲਈ, ਫਿੰਗਰਪ੍ਰਿੰਟਸ ਲੈਣ ਲਈ। ਇਮੀਗ੍ਰੇਸ਼ਨ ਡਿਪਾਰਟਮੈਂਟ ਤੇ ਜਿਹੜਾ ਸਰਵਿਸ ਕੈਨੇਡਾ ਇਹ ਆਪਸ ਦੇ ਵਿੱਚ ਕੋਰਿਲੇਟ ਕਰਨਗੇ ਜੀ ਹੁਣ। ਐਂਡ ਜਦੋਂ ਜਿੰਨੇ ਬੰਦਿਆਂ ਦੀ ਵੀ ਐਪਲੀਕੈਂਟਸ ਦੀ ਲੱਗੀ ਹੋਈ ਹੈ, ਕੈਂਡੀਡੇਟਸ ਦੀ ਲੱਗੀ ਹੋਈ ਆ, ਉਹਨਾਂ ਨੂੰ ਆਪ ਅਪਾਇੰਟਮੈਂਟ ਬੁੱਕ ਕਰਨ ਦੀ ਲੋੜ ਨਹੀਂ ਪੈਣੀ ਗੀ। ਇਮੀਗ੍ਰੇਸ਼ਨ ਡਿਪਾਰਟਮੈਂਟ ਇੰਸਟਰਕਟ ਕਰੂਗਾ ਸਰਵਿਸ ਕੈਨੇਡਾ ਨੂੰ, ਜਿਨ੍ਹਾਂ ਦੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ ਉਹਨਾਂ ਨੂੰ ਈਮੇਲਸ ਜਾਣਗੀਆਂ ਕਿ ਤੁਸੀਂ ਸੱਚ ਐਂਡ ਸੱਚ ਟਾਈਮ 'ਤੇ ਜੇਕਰ ਆਪਣੇ ਬਾਇਓਮੈਟ੍ਰਿਕਸ ਦੇ ਸਕਦੇ ਆ ਤਾਂ ਤੁਸੀਂ ਅਪਾਇੰਟਮੈਂਟ ਇੰਨੇ ਵਜੇ ਦੀ ਲੈ ਸਕਦੇ ਹੋ। ਸੋ ਉਹ ਜਿਹੜਾ ਹੈਗਾ ਜੀ ਆਪਸ, ਹੁਣ ਜਦੋਂ ਬਾਇਓਮੈਟ੍ਰਿਕਸ ਲੈਣੇ ਸ਼ੁਰੂ ਹੋ ਜਾਣਗੇ ਜੀ, ਫਿਰ ਐਪਲੀਕੇਸ਼ਨ ਜਿਹੜੀਆਂ ਰੁਕੀਆਂ ਹੋਈਆਂ ਸੀਗੀਆਂ ਉਹ ਦੁਬਾਰਾ ਉਹਨਾਂ ਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਣਗੀ। ਕਿਉਂਕਿ ਕਾਫੀ ਦੇਰ ਤੋਂ ਡੂਰਿੰਗ ਕੋਵਿਡ ਜਿੰਨੇ ਵੀ ਸਰਵਿਸ ਕੈਨੇਡਾ ਦੇ ਬਾਇਓਮੈਟ੍ਰਿਕ ਸਟੇਸ਼ਨਸ ਹੈਗੇ ਸਾਰੇ ਬੰਦ ਪਏ ਆ ਜੀ। ਸੋ ਬਾਇਓਮੈਟ੍ਰਿਕਸ ਨਹੀਂ ਲੈ ਰਹੇ ਸੀਗੇ। ਇੱਕ ਤਾਂ ਮੇਨ ਅਪਡੇਟ ਇਹ ਆਈ ਹੈਗੀ ਹੈ ਜੀ, ਜਿਹੜੀ ਕਿ ਰੀਸੈਂਟਲੀ ਕੱਲ੍ਹ ਹੀ ਆਈ ਹੈਗੀ ਹੈ। ਜਿਹੜੀ ਇਸ ਤੋਂ ਪਹਿਲਾਂ ਜਿਹੜੀ ਵਾਲੀ ਹੈਗੀ ਉਹ ਸਾਰਿਆਂ ਨੂੰ ਪਤਾ ਲੱਗ ਵੀ ਚੁੱਕਾ। ਮੈਂ ਥੋੜ੍ਹਾ ਹੋਰ ਦੱਸ ਦਿੰਦਾ ਆ ਕਿ ਜਿਹੜੇ ਵਿਜ਼ਟਰਸ ਵੀਜ਼ਾ 'ਤੇ ਸੀਗੇ ਜੀ ਕੈਨੇਡਾ ਦੇ ਵਿੱਚ, ਜਿਹੜੇ ਬੈਕ ਨਹੀਂ ਜਾ ਸਕੇ, ਫਲਾਈਟਸ ਬੰਦ ਪਈਆਂ ਸੀਗੀਆਂ, ਅਤੇ ਗੌਰਮੈਂਟ ਨੇ ਪਹਿਲਾਂ ਨੂੰ ਰਿਲੈਕਸੇਸ਼ਨ ਦਿੱਤਾ ਸੀਗਾ ਕਿ 31 December ਤੱਕ ਉਹ ਕੈਨੇਡਾ ਦੇ ਵਿੱਚ ਸਟੇ ਕਰ ਸਕਦੇ ਹੈਗੇ ਆ ਰੈਸਟੋਰੇਸ਼ਨ ਪੀਰੀਅਡ ਦੇ ਅੰਡਰ। ਬਟ ਨਵੀਂ ਉਹਨਾਂ ਨੇ ਅਪਡੇਟ ਬਾਅਦ 'ਚ ਹੋਰ ਦੇ ਦਿੱਤੀ ਕਿ ਜੇਕਰ ਦੇ ਵਾਂਟ ਟੂ ਅਪਲਾਈ ਫॉर ਵਰਕ ਪਰਮਿਟ, ਉਹਨਾਂ ਨੂੰ ਅੰਦਰੋਂ ਕੋਈ ਜੋਬ ਆਫਰ ਮਿਲ ਜਾਂਦਾ ਹੈ, ਐਲੀਜੀਬਲ ਇੰਪਲੋਇਰ ਕੋਈ ਉਹਨਾਂ ਨੂੰ ਜੋਬ ਆਫਰ ਦੇ ਦਿੰਦਾ ਹੈ LMIA ਦੇ ਉੱਪਰ, ਤਾਂ ਉਹ ਵਰਕ ਪਰਮਿਟ ਔਨਲਾਈਨ ਅਪਲਾਈ ਕਰ ਸਕਦੇ ਆ। ਪਹਿਲਾਂ ਵੀ ਇਹ ਪ੍ਰੋਵੀਜ਼ਨ ਸੀਗੀ ਕਿ ਅੰਦਰੋਂ ਵਰਕ ਪਰਮਿਟ ਅਪਲਾਈ ਕੀਤਾ ਜਾ ਸਕਦਾ ਸੀਗਾ, ਜਿਹੜਾ ਕਿ ਅਸੀਂ ਬਾਰਡਰ 'ਤੇ ਜਾ ਕੇ ਪੋਰਟ ਆਫ ਐਂਟਰੀ 'ਤੇ CBSA ਆਫਿਸਰ ਦੇ ਸਾਹਮਣੇ ਇੰਟਰਵਿਊ ਦੇ ਕੇ ਲੈਂਦੇ ਸੀ। ਬਟ ਜਿਹੜੀ ਹੁਣ ਇਹ ਨਵੀਂ ਅਪਡੇਟ ਹੈ ਜੀ, ਇਹ 'ਚ ਔਨਲਾਈਨ ਹੀ ਤੁਸੀਂ ਐਪਲੀਕੇਸ਼ਨ ਪਾ ਸਕਦੇ ਆ। ਐਂਡ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋਣ ਵਾਲਾ ਹੈ ਕਿਉਂਕਿ ਕਈ ਐਵੇਂ ਦੇ ਐਪਲੀਕੈਂਟਸ ਹੁੰਦੇ ਸੀ ਜਿਹੜੇ ਇੰਗਲਿਸ਼ ਨਹੀਂ ਬੋਲ ਸਕਦੇ, ਜਿਨ੍ਹਾਂ ਦੇ ਕੋਲ ਪ੍ਰੋਪਰ ਪ੍ਰੋਫੀਸ਼ੀਐਂਸੀ ਨਹੀਂ ਹੈ, ਉਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਆਫਿਸਰ ਦੇ ਮੂਹਰੇ ਘਬਰਾ ਜਾਂਦੇ ਸੀਗੇ। ਲਾਈਕ ਲੈਟਸ ਸੇ ਕੋਈ ਵੈਲਡਰ ਆਇਆ ਹੈਗਾ, ਉਹਦੇ ਕੋਲ ਐਕਸਪੀਰੀਅੰਸ ਬਹੁਤ ਵਧੀਆ ਹੈਗਾ, ਉਹਦੇ ਕੋਲ ITI ਦਾ ਡਿਪਲੋਮਾ ਕੀਤਾ ਹੋਇਆ ਹੈ, ਵੋਕੇਸ਼ਨਲ ਕੋਰਸ ਵੀ ਕੀਤਾ ਹੈ ਵੈਲਡਿੰਗ ਦਾ,
ਬਟ ਉਹ ਇਸ ਕਰਕੇ ਵਰਕ ਪਰਮਿਟ ਨਹੀਂ ਲੈ ਜਾਂਦਾ ਸੀ ਕਿ ਉਹਦੇ ਕੋਲ ਇੰਗਲਿਸ਼ ਨਹੀਂ ਸੀਗੀ। ਪਰ ਜੇਕਰ ਤੁਸੀਂ ਇਨਸਾਈਡ ਕੈਨੇਡਾ ਹੈਗੇ ਹੋ ਤੇ ਤੁਹਾਨੂੰ ਐਲੀਜੀਬਲ EMPLOYER ਕੋਈ ਆਫਰ ਦੇ ਦਿੰਦਾ ਹੈ ਤਾਂ ਤੁਸੀਂ ਆਨਲਾਈਨ ਵਿਦਆਊਟ ਆਇਲਸ ਐਪਲੀਕੇਸ਼ਨ ਪਾ ਸਕਦੇ ਹੋ, ਜਿਹੜੀ ਕਿ ਬਹੁਤ ਚਾਂਸਸ ਨੇ ਅਪਰੂਵ ਹੋਣ ਦੇ। ਸੋ ਇਵੇਂ ਦੇ ਜਿਹੜੇ ਕੈਂਡੀਡੇਟਸ ਹੋਣਗੇ ਜੀ ਉਹਨਾਂ ਨੂੰ ਬਹੁਤ ਸਾਰਾ ਫਾਇਦਾ ਇਹ ਨਵੇਂ ਲਾਅ ਦੇ ਨਾਲ ਹੋਣ ਵਾਲਾ ਜੀ, ਜਿਹੜਾ ਕਿ ਵਿਜ਼ਟਰ ਵੀਜ਼ੇ ਨੂੰ ਅਲਾਉਡ ਕੀਤਾ ਹੈ ਇਹਨਾਂ ਨੇ ਕਿ ਅੰਦਰੋਂ ਵਰਕ ਪਰਮਿਟ ਲੈ ਸਕਦੇ ਹੋ ਜੀ। ਇਸ ਜਦੋਂ ਅਨਾਉਂਸ ਹੋਇਆ ਸੀ ਨਾ, ਮੈਨੂੰ ਯਾਦ ਹੈ ਕਿ 23 ਅਗਸਤ ਨੂੰ ਇਹ ਅਨਾਉਂਸ ਹੋਇਆ ਸੀਗਾ, ਜਿਹੜੇ 23 ਅਗਸਤ ਤੋਂ ਪਹਿਲਾਂ ਆਇਆ ਸਿਰਫ ਉਹੀ ਕਰ ਸਕਦੇ ਉਹੀ ਕਰ ਸਕਦੇ ਜੀ, ਜਿਹੜੇ 23 ਅਗਸਤ ਤੋਂ ਬਾਅਦ ਆਇਆ ਉਹ ਵੀ ਕਰ ਹਾਂਜੀ। ਸਕਦੇ ਐਂਡ ਇਹ ਚੱਲਣਾ ਹੈਗਾ ਜੀ 2021 ਤੱਕ। ਹਾਂਜੀ, ਸੋ ਮਾਰਚ ਤੱਕ ਤੁਸੀਂ ਮਾਰਚ ਤੱਕ ਐਪਲੀਕੇਸ਼ਨ ਜਿਹੜੀਆਂ ਹੈਗੀਆਂ। ਸੋ ਜੇ ਸਿਚੁਏਸ਼ਨ ਲੈਟਸ ਸੇ ਲਾਈਕ ਵੀ ਆਲਵੇਜ਼ ਪ੍ਰੇ ਕਿ ਸਿਚੁਏਸ਼ਨ ਰਿਕਵਰ ਹੋ ਜਾਈਏ, ਆਪਾਂ ਸਿਚੁਏਸ਼ਨ ਤੋਂ ਬਾਹਰ ਆ ਜਾਈਏ, ਜੇ ਸਿਚੁਏਸ਼ਨ ਇਸ ਤਰ੍ਹਾਂ ਹੀ ਬਣੀ ਰਹਿੰਦੀ ਹੈ ਜੀ ਤਾਂ ਇਸ ਪ੍ਰੋਗਰਾਮ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। देयर आर ਚਾਂਸਸ ਕਿ ਇਸ ਪ੍ਰੋਗਰਾਮ ਨੂੰ ਹੋਰ ਐਕਸਟੈਂਡ ਕੀਤਾ ਜਾਵੇ, ਕਿਉਂਕਿ ਜਿਹੜਾ ਹੁਣ ਟਾਈਮ ਚੱਲਦਾ ਪਿਆ ਜੀ ਇਸ ਟਾਈਮ ਦੇ ਦੌਰਾਨ ਬਾਹਰੋਂ ਜਿਹੜੇ ਵਰਕਰਸ ਮੰਗਾਉਣੇ ਬੜੇ ਔਖੇ ਆ ਤੇ EMPLOYERS ਬਹੁਤ ਸਟਰਗਲ ਕਰਦੇ ਪਏ ਆ। ਐਂਡ ਅਸੀਂ ਆਪ ਪਰਸਨਲੀ ਬਹੁਤ ਸਾਰੇ EMPLOYERS ਨੂੰ ਜਾਣਦੇ ਆ, ਬਹੁਤ ਸਾਰੇ ਫਾਰਮਰਸ ਨੂੰ ਜਾਣਦੇ ਆ ਕਿ ਜਿਨ੍ਹਾਂ ਦੀ ਇਸ ਵਾਰੀ ਜਿਹੜੀ ਕ੍ਰੌਪ ਸੀਗੀ ਹਾਰਵੈਸਟਿੰਗ ਸੀਜ਼ਨ ਖਰਾਬ ਹੋ ਗਿਆ ਆਲਮੋਸਟ, ਕਿ ਉਹਨਾਂ ਨੂੰ ਵਰਕਰਸ ਨਹੀਂ ਮਿਲੇ ਹੈਗੇ। ਸੇ ਬਹੁਤ ਸਾਰੇ ਸਾਡੇ ਕੰਸਟਰਕਸ਼ਨ ਕੰਪਨੀ ਦੇ ਓਨਰ ਸਾਨੂੰ ਕਾਲਸ ਕਰਦੇ ਕਿ ਉਹਨਾਂ ਨੂੰ ਵਰਕਰਸ ਨਹੀਂ ਮਿਲ ਰਹੇ। ਸੋ ਗਵਰਨਮੈਂਟ ਉਸੇ ਜਿਹੜੀ ਰਿਕੁਆਇਰਮੈਂਟ ਨੂੰ ਮੀਟ ਕਰਨ ਦੇ ਲਈ ਅੰਦਰੋਂ ਥੋੜੀ ਰਿਲੈਕਸੇਸ਼ਨ ਦੇ ਰਹੀ ਹੈ ਕਿ ਜਿਹੜਾ ਵੀ ਬੰਦਾ ਅੰਦਰ ਹੈਗਾ ਉਹ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ। ਬਿਲਕੁਲ, ਕਿਉਂਕਿ ਇਹਦੇ ਵਿੱਚ ਇਹ ਵੀ ਸੀਗਾ ਕਿ ਪਹਿਲਾਂ ਤੁਸੀਂ ਬਾਰਡਰ ਤੇ ਜਾਂਦੇ ਸੀ, ਬਸ ਹੁਣ ਫਲੈਗ ਪੋਲ ਦਾ ਆਪਸ਼ਨ ਹੈਗਾ ਜਿਹੜਾ ਉਹ ਨਹੀਂ ਹੈਗਾ, ਬਾਕੀ ਸਭ ਕੁਝ ਜਿਹੜਾ ਪਹਿਲਾਂ ਮੰਗਵਾ ਫਲੈਗ ਪੋਲ ਦਾ ਆਪਸ਼ਨ ਹੈਗਾ ਜੀ, ਹੁਣ ਵੀ ਰਹਿਣਾ ਆ, ਪਰ ਤੁਹਾਡੇ ਕੋਲ ਆਪਸ਼ਨ ਹੋਊਗੀ ਕਿ ਜੇ ਆਨਲਾਈਨ ਅਪਲਾਈ ਕਰ ਸਕਦੇ ਆ। ਹੁਣ ਵੀ ਫਲੈਗ ਪੋਲਿੰਗ ਹੁੰਦੀ ਆ, ਉਹ ਕਦੇ ਬੰਦ ਨਹੀਂ ਹੋਣ ਵਾਲੀਗੀ, ਤੇ ਜੇ ਕਿਸੇ ਨੇ ਆਨਲਾਈਨ ਅਪਲਾਈ ਕਰਨਾ ਤਾਂ ਉਹ ਕਰ ਸਕਦਾ, ਪਹਿਲਾਂ ਨਹੀਂ ਕਰ ਸਕਦਾ ਸੀ ਜੀ। ਬਿਲਕੁਲ, ਬਹੁਤ ਸਾਰੇ ਨੂੰ ਕਨਫਿਊਜ਼ਨ ਸੀ, ਹੁਣ ਇੱਥੇ ਤੁਹਾਡੇ ਤੋਂ ਵੀ ਕਲੀਅਰ ਹੋ ਗਿਆ ਹੈਗਾ ਆ ਬਹੁਤ ਜਣਿਆਂ ਨੂੰ ਕਿ LMIA ਦੀ ਲੋੜ ਹੈਗੀ ਹੈ ਜੀ 100%। ਇਹ ਸੀਗਾ ਕਿ ਪਹਿਲਾਂ ਕਿ ਕੋਈ ਵੀ ਅਪਲਾਈ ਕਰ ਸਕਦਾ, ਨਹੀਂ ਜੀ, ਇਹ ਕਨਫਿਊਜ਼ਨ ਪਾਈ ਜਾਂਦੀ। ਸਾਨੂੰ ਬਹੁਤ ਸਾਰੀਆਂ ਕਾਲਸ ਇੰਡੀਆ ਤੋਂ ਆਈਆਂ ਜਦੋਂ ਇਹ ਲਾਅ ਬਣਿਆ, ਤਾਂ ਬਹੁਤ ਸਾਰੀਆਂ ਕਾਲ ਸਾਨੂੰ ਇੰਡੀਆ ਤੋਂ ਆਈਆਂ ਕਿ ਜੀ ਕੀ ਸਿਰਫ ਰਿਟਨ ਜੌਬ ਆਫਰ ਹੀ ਚਾਹੀਦੀ ਹੈ? ਨੋ, ਰਿਟਨ ਜੌਬ ਆਫਰ ਨਹੀਂ, ਤੁਹਾਨੂੰ LMIA ਦੇ ਉੱਪਰ ਸਰਵਿਸ ਕੈਨੇਡਾ ਤੋਂ ਅਪਰੂਵਡ ਹੋਈ ਹੋਣੀ ਜੌਬ ਆਫਰ ਚਾਹੀਦੀ ਹੈ, ਤਾਂ ਹੀ ਤੁਸੀਂ ਵਰਕ ਪਰਮਿਟ ਆਨਲਾਈਨ ਅਪਲਾਈ ਕਰ ਸਕਦੇ ਹੋ। ਬਿਲਕੁਲ, ਤੇ ਵਿਜ਼ਿਟਰਸ ਜਿਹੜੇ 23 ਤੋਂ ਬਾਅਦ ਆਇਆ ਉਹ ਨਹੀਂ ਕਰ ਸਕਦੇ, ਉਸ ਤੋਂ ਪਹਿਲਾਂ ਵਾਲੇ ਅਪਲਾਈ ਕਰ ਸਕਦੇ ਆ। ਬਹੁਤ ਵਧੀਆ। ਤੇ ਨਾਲ ਹੁਣ ਕੌਣ ਆ ਸਕਦਾ ਹੈ ਕੈਨੇਡਾ ਦੇ ਵਿੱਚ? ਇਹ ਵੀ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ, ਕਿਉਂਕਿ ਕਈਆਂ ਕੋਲ ਵਿਜ਼ਿਟਰ ਵੀਜ਼ਾ 10-10 ਸਾਲ ਦਾ ਹੈਗਾ ਆ, ਕਿਸੇ ਕੋਲ ਸਟੱਡੀ ਵੀਜ਼ਾ ਹੈਗਾ ਆ, ਕਿਸੇ ਨੇ ਵਰਕ ਪਰਮਿਟ ਤੇ ਆਉਣਾ ਹੈਗਾ ਆ। ਪਰ ਕਨਫਿਊਜ਼ਨ ਇਹ ਹੈ ਕਿ ਕੌਣ ਆ ਸਕਦਾ ਹੈ। ਪਹਿਲਾਂ ਇਹ ਸੀ ਕਿ ਇਕੱਲੇ ਸਿਟੀਜ਼ਨ ਆ ਰਹੇ ਸੀਗੇ, ਫਿਰ ਇਹ ਬਹੁਤ ਸੀਗਾ ਕਿ ਜਿਹਨਾਂ ਦੇ ਕੋਲ PR ਸੀ ਉਹ ਨਹੀਂ ਆ ਰਹੇ ਸੀ। ਫਿਰ ਜਦੋਂ 에ਅਰ ਇੰਡੀਆ ਦੀਆਂ ਜਿਹੜੀਆਂ ਫਲਾਈਟਸ ਚੱਲੀਆਂ ਉਹਦੇ ਵਿੱਚ ਫਿਰ ਸਾਰੇ ਆਉਣ ਲੱਗ ਗਏ, ਵਰਕ ਵਾਲੇ ਵੀ ਆਉਣ ਲੱਗ ਗਏ। ਪਰ ਹੁਣ ਤੁਹਾਡੇ ਵੱਲੋਂ ਅਸੀਂ ਪੁੱਛਣਾ ਚਾਹਾਂਗੇ ਕਿ ਕੌਣ ਆ ਸਕਦਾ ਹੈਗਾ ਆ ਵੈਲਿਡ ਰੀਜ਼ਨ ਦੇ ਕੇ? ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਆ ਜੀ ਤੁਹਾਡਾ। ਬਹੁਤ ਸਾਰੀਆਂ ਕਾਲਸ ਇਹਦੇ ਲਈ ਵੀ ਆਉਂਦੀਆਂ ਕਿ ਅਸੀਂ ਆ ਸਕਦੇ ਹਾਂ ਜਾਂ ਕੌਣ ਆ ਸਕਦਾ ਹੈ। ਫਸਟ ਆਫ ਆਲ ਜਿਹੜੇ ਐਸੈਂਸ਼ੀਅਲ ਵਰਕਰਸ ਹੈਗੇ ਆ ਜੀ, ਜਿਨ੍ਹਾਂ ਦੇ ਵਿੱਚ ਟਰੱਕ ਡਰਾਈਵਰਸ ਹੈਗੇ ਆ, ਫਾਰਮ ਵਰਕਰਸ ਹੈਗੇ, ਜੇ ਉਹਨਾਂ ਦੇ ਵੀਜ਼ਾਸ ਲੱਗੇ ਹੋਏ ਆ ਤਾਂ ਉਹ ਡੈਫੀਨੇਟਲੀ ਟਰੈਵਲ ਕਰ ਸਕਦੇ ਆ। ਪਰ ਉਹਨਾਂ ਨੂੰ ਇੱਕ ਰੀਸੈਂਟ ਜੌਬ ਆਫਰ, ਜਿਹੜਾ ਜੌਬ ਲੈਟਰ ਆ, ਉਹ ਲੈਣਾ ਪੈਣਾਗਾ ਕਨਫਰਮੇਸ਼ਨ ਆਫ ਐਮਪਲੋਇਮੈਂਟ ਦਾ ਫਰੋਮ ਯੂਰ EMPLOYER। ਜਿਹੜਾ ਤੁਹਾਡਾ EMPLOYER ਹੈਗਾ ਕੈਨੇਡਾ ਦੇ ਵਿੱਚ, ਜਿਹਦੇ ਥਰੂ ਤੁਸੀਂ LMIA ਲਿਆ ਸੀਗਾ ਜਾਂ ਜਿਹਨੇ ਤੁਹਾਨੂੰ ਹਾਇਰ ਕੀਤਾ ਸੀਗਾ, ਉਹਨੂੰ ਇੱਕ ਰੀਸੈਂਟ ਕਨਫਰਮੇਸ਼ਨ ਆਫ EMPLOYMENT ਦਾ ਲੈਟਰ ਦੇਣਾ ਪਊਗਾ ਐਪਲੀਕੈਂਟ ਨੂੰ, ਜਿਹੜਾ ਕਿ ਉਹਨੇ ਆਫਿਸਰ ਨੂੰ ਪ੍ਰੈਜ਼ੈਂਟ ਕਰਨਾ, ਆਫਿਸਰ ਤੋਂ ਮੰਗ ਸਕਦਾ ਹੈਗਾ ਹੈ ਜੀ। ਸੋ ਉਹ ਡੈਫੀਨੇਟਲੀ ਟਰੈਵਲ ਕਰ ਸਕਦੇ ਆ ਐਂਡ ਆ ਵੀ ਰਹੇ ਨੇ ਜੀ। ਐਂਡ ਦੂਸਰਾ ਜਿਹੜਾ ਹੈਗਾ ਜੀ, ਤੁਹਾਡੇ ਫੈਮਿਲੀ ਮੈਂਬਰ ਜਿਹੜੇ ਜਿਵੇਂ ਪੇਰੈਂਟਸ ਹੈਗੇ ਆ ਜੀ, ਜਾਂ ਤੁਹਾਡੇ ਬੱਚੇ ਹੈਗੇ ਆ, ਉਹ ਜਾਂ ਭੈਣ ਭਰਾ ਨਹੀਂ ਦੇ ਵਿੱਚ ਇਨਕਲੂਡ ਹੈਗੇ ਜੀ, ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਹੈਗੇ ਆ, ਜਿਵੇਂ ਸੁਪਰ ਵੀਜ਼ਾ ਵਾਲੇ ਹੈਗੇ ਆ ਜੀ, ਉਹ ਟਰੈਵਲ ਕਰ ਸਕਦੇ ਹੈਗੇ ਆ ਜੀ। ਪਰ ਉਹਨਾਂ ਨੂੰ ਜਿਵੇਂ ਹੁਣ ਲਾਅ ਹੀ ਬਣ ਗਿਆ ਕਿ 14 ਡੇਜ਼ ਕੁਆਰੰਟਾਈਨ ਜਿਹੜਾ ਉਹਨਾਂ ਨੂੰ ਕਰਨਾ ਪੈਣਾ, ਆਈਸੋਲੇਟ ਕਰਕੇ ਆਪਣੇ ਆਪ ਨੂੰ ਰੱਖਣਾ ਪੈਣਾ, ਐਂਡ ਉਹਦੇ ਲਈ ਇੱਕ ਪਲਾਨ ਤੁਹਾਨੂੰ ਆਫਿਸਰ ਨੂੰ ਜਮ੍ਹਾਂ ਕਰਾਉਣਾ ਪੈਣਾ ਕਿ ਤੁਸੀਂ ਕਿੱਥੇ ਕੁਆਰੰਟਾਈਨ ਹੋਵੋਗੇ, ਐਂਡ ਉਹ ਜਿਹੜੀ ਜਗ੍ਹਾ ਹੈਗੀ ਉਹ ਬਾਕੀਆਂ ਨਾਲੋਂ ਪਾਸੇ ਹੋਣੀ ਚਾਹੀਦੀ ਹੈ। ਸੋ ਇੱਕ ਤਾਂ ਇਹ ਹੈਗਾ ਜੀ। ਬਾਕੀ ਜਿਹੜੇ ਸਟੂਡੈਂਟਸ ਹੈਗੇ ਆ ਜੀ, ਉਹੀ ਆ ਸਕਦੇ ਆ ਜਿਨ੍ਹਾਂ ਦੇ ਕਰਿਕੂਲਮ ਦਾ ਪਾਰਟ ਹੈਗਾ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ ਕੁਝ ਪ੍ਰੈਕਟੀਕਮ ਐਵੇਂ ਦੇ ਕਰਨੇ ਆ, ਜਾਂ ਉਹਨਾਂ ਦੇ ਕੁਝ ਪ੍ਰੈਕਟੀਕਲ ਕੋਰਸਿਸ ਐਵੇਂ ਦੇ ਹੈਗੇ ਆ ਕਿ ਜਿਹੜੇ ਉੱਥੇ ਪਰਫਾਰਮ ਨਹੀਂ ਹੋ ਸਕਦੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਆ ਕੇ ਹੀ ਲੈਬ ਦੇ ਵਿੱਚ ਕੰਮ ਕਰਨਾ ਪੈਣਾ ਆ। ਸਿਰਫ ਉਹ ਸਟੂਡੈਂਟਸ ਇੱਥੇ ਆ ਸਕਦੇ ਆ, ਐਂਡ ਉਹਨਾਂ ਨੂੰ ਪ੍ਰੂਵ ਕਰਨਾ ਪਊਗਾ ਪੋਰਟ ਆਫ ਐਂਟਰੀ ਦੇ ਉੱਪਰ ਕਿ ਉਹਨਾਂ ਦਾ ਜਿਹੜਾ ਪ੍ਰੈਕਟੀਕਮ ਦਾ ਕੁਝ ਪਾਰਟ ਐਵੇਂ ਦਾ ਹੈਗਾ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਪੂਰਾ ਨਹੀਂ ਕੀਤਾ ਜਾ ਸਕਦਾ, ਉਹ ਇੱਥੇ ਆ ਕੇ
ਉਹਨਾਂ ਨੂੰ ਕਾਲਜ ਦੇ ਵਿੱਚ ਪੜ੍ਹਨਾ ਪਊਗਾ, ਉਹ ਸਟੂਡੈਂਟਸ ਵੀ ਹੁਣ ਟਰੈਵਲ ਕਰ ਸਕਦੇ ਹੈਗੇ ਜੀ। ਹਜੇ ਬਾਕੀਆਂ ਲਈ ਨਹੀਂ ਹੈਗਾ ਓਪਨ ਜੀ। ਜੀ ਸਟੂਡੈਂਟਸ ਦੀ ਅਸੀਂ ਗੱਲ ਕੀਤੀ ਹੈਗੀ, ਬਹੁਤ ਸਾਰੇ ਸਟੂਡੈਂਟ ਜਿਹੜੇ ਆਪਣੀ ਕੰਟਰੀ ਦੇ ਵਿੱਚ ਬੈਠ ਕੇ ਪੜ੍ਹ ਰਹੇ ਹੈਗੇ, ਚਾਹੇ ਉਹ ਇੰਡੀਆ ਚਾਹੇ ਕੋਈ ਹੋਰ ਕੰਟਰੀ ਹੈਗੀ ਹੈ। ਲਈ ਕੋਈ ਨਵੀਂ ਅਪਡੇਟ ਆਈ ਹੈਗੀ ਹੈ ਕਿ ਕਿਉਂਕਿ ਪਹਿਲਾਂ ਇਹ ਸੀਗਾ ਕਿ ਹਾਫ ਕੋਰਸ ਉਹ ਕਰ ਸਕਦੇ ਸੀਗੇ ਆਪਣੇ ਹੋਮ ਕੰਟਰੀ ਦੇ ਵਿੱਚ ਤੇ ਬਾਅਦ ਵਿੱਚ ਹਾਫ ਕੋਰਸ ਇੱਥੇ ਆ ਜਾਏਗਾ। ਹੁਣ ਜਦੋਂ ਜਿਵੇਂ ਅਸੀਂ ਨਿਊਜ਼ ਸੁਣ ਰਹੇ ਹੈਗੇ ਆ, ਬਾਰਡਰ ਰਿਸਟ੍ਰਿਕਸ਼ਨਸ ਹਜੇ ਵੀ ਲੱਗ ਰਹੀਆਂ ਨੇ, ਹਜੇ ਵੀ ਇੰਪਲੀਮੈਂਟ ਹੈਗੀਆਂ, 1 ਮਹੀਨੇ ਦੇ ਲਈ ਹੁਣ ਹੋਰ ਵਧਾ ਦਿੱਤੀ ਹੈ। ਸੋ ਹੁਣ 21 ਅਕਤੂਬਰ ਤੱਕ ਜਿਹੜੇ ਬਾਰਡਰ ਬੰਦ ਹੈਗੇ ਨੇ, ਜੇ ਅਸੀਂ ਇੱਥੇ ਵੀ US ਦੀ ਗੱਲ ਕਰੀਏ, ਬਾਰਡਰ ਦੀ ਗੱਲ ਕਰੀਏ, ਤਾਂ ਹੁਣ ਉਹ ਜਿਨ੍ਹਾਂ ਦਾ ਕੋਰਸ ਹਾਫ ਆਲਮੋਸਟ ਕੰਪਲੀਟ ਹੋਣ ਵਾਲਾ, ਉਹਨਾਂ ਬਾਰੇ ਕੋਈ ਅਪਡੇਟ ਆਈ? ਹਜੇ ਵੀ ਜਿਹੜੇ ਸਟੂਡੈਂਟਸ ਇੰਡੀਆ ਦੇ ਵਿੱਚ ਪੜ੍ਹ ਰਹੇ ਨੇ ਜੀ, ਉਹਨਾਂ ਸਟੂਡੈਂਟਸ ਨੂੰ ਗਵਰਨਮੈਂਟ ਨੇ ਕਲੀਅਰਲੀ ਕਹਿਤਾ ਹੈਗਾ IRCC ਨੇ ਕਿ ਤੁਸੀਂ ਜਿਹੜਾ ਵੀ ਉੱਥੇ ਪ੍ਰੋਗਰਾਮ ਫਿਨਿਸ਼ ਕਰੋਗੇ, ਇੰਡੀਆ 'ਚ ਪੜ੍ਹੋਗੇ, ਉਹ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਮੰਨਿਆ ਜਾਊਗਾ। ਹੁਣ ਪਹਿਲਾਂ ਸੀਗਾ ਕਿ 1 ਸਮੈਸਟਰ ਤੱਕ ਗਵਰਨਮੈਂਟ ਨੂੰ ਸੀਗਾ ਕਿ ਸ਼ਾਇਦ 1 ਸਮੈਸਟਰ ਕੰਪਲੀਟ ਕਰਾ ਦਈਏ, ਪਰ ਬਹੁਤ ਸਾਰੇ ਸਟੂਡੈਂਟਸ ਦਾ ਦੂਸਰਾ ਸਮੈਸਟਰ ਵੀ ਚੱਲ ਪੈਣਾ ਹੈ ਜੀ ਹੁਣ ਇਸ ਤੋਂ ਬਾਅਦ ਸੈਪਟੈਂਬਰ ਦੇ ਵਿੱਚ। ਸੋ ਜੇਕਰ ਉਹ ਦੂਸਰਾ ਸਮੈਸਟਰ ਇੰਡੀਆ 'ਚ ਕੰਪਲੀਟ ਕਰਨਗੇ ਤਾਂ ਜਿੰਨੀ ਵੀ ਐਜੂਕੇਸ਼ਨ ਜਾਂ ਜਿੰਨੀ ਵੀ ਸਟੱਡੀ ਉਹ ਆਨਲਾਈਨ ਇੰਡੀਆ 'ਚ ਬੈਠੇ ਕਰਦੇ ਪਏ ਜਾਂ ਕਿਸੇ ਵੀ ਆਪਣੀ ਹੋਮ ਕੰਟਰੀ 'ਚ ਕਰਦੇ ਪਏ ਹੈਗੇ ਆ, ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵੱਲ ਨੂੰ ਉਹਨਾਂ ਦੀ ਜਿਹੜਾ ਉਹ ਟਾਈਮ ਹੈਗਾ ਉਹ ਕਵਰ ਕੀਤਾ ਜਾਊਗਾ, ਉਹ ਮੰਨਿਆ ਜਾਊਗਾ ਜੀ, ਜਿੰਨੀ ਉਹਨਾਂ ਨੇ ਪੜ੍ਹਾਈ ਇੰਡੀਆ ਦੇ ਵਿੱਚ ਕਰ ਲਈ ਹੈ। ਕਿਉਂਕਿ ਕਈਆਂ ਕੋਲ ਹਜੇ ਸਟੈਂਪ ਨਹੀਂ ਹੈਗੀ, ਵੀਜ਼ਾ ਸਟੈਂਪ, ਪਰ ਉਹਨਾਂ ਨੂੰ ਕਾਲਜ ਜਿਹੜਾ ਪੜ੍ਹਾ ਰਿਹਾ ਹੈਗਾ ਆ, ਇਸ ਦੇ ਐਨੀ ਚਾਂਸ ਕਿ ਜਿਹੜੀ ਕੈਨੇਡਾ ਗਵਰਨਮੈਂਟ ਆ ਉਹਨਾਂ ਨੂੰ ਡਿਗਰੀ ਦੇ ਕੇ ਤੇ ਵਰਕ ਪਰਮਿਟ ਨਾ ਵੀ ਦੇਵੇ? ਨਹੀਂ ਜੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਹੁਣ ਤਾਂ ਇਹਨਾਂ ਨੇ ਈਵਨ IRCC ਨੇ ਜੀ ਲੈਟਰਸ ਇਸ਼ੂ ਕਰਨੀਆਂ ਸ਼ੁਰੂ ਕਰਤੀਆਂ ਕਿ ਪ੍ਰੀਲਿਮਿਨਰੀ ਅਪਰੂਵਲ ਉਹਨੂੰ ਕਹਿੰਦੇ ਆ ਜੀ ਅਸੀਂ। ਹੁਣ ਉਹ ਲੈਟਰਸ ਜਿਹੜੀਆਂ ਹੈਗੀਆਂ ਆ ਉਹ ਸਟੂਡੈਂਟਸ ਨੂੰ ਜਾ ਰਹੀਆਂ ਕਿ ਤੁਸੀਂ ਇਸ ਲੈਟਰਸ ਦੇ ਬਿਹਾਫ ਦੇ ਉੱਪਰ ਆਪਣੇ ਕਾਲਜ ਨਾਲ ਕੰਟੈਕਟ ਕਰੋ ਤੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਲਓ। ਹੁਣ ਇਹਨਾਂ ਨੇ ਉਹਨੂੰ ਇੱਕ ਲਾਅ ਦੇ ਅੰਡਰ ਹੀ ਲੈ ਜਾਂਦਾ ਹੈਗਾ ਜੀ, ਇੱਕ ਰੈਗੂਲੇਸ਼ਨ ਅੰਡਰ ਹੀ ਲੈ ਜਾਂਦਾ ਹੈ। ਉਹ ਜਿਹੜੀਆਂ ਹੁਣ ਜਿੰਨੇ ਵੀ ਸਟੂਡੈਂਟਸ ਰੀਸੈਂਟਲੀ ਅਪਲਾਈ ਕਰਦੇ ਪਏ ਆ, ਅਸੀਂ ਆਪ ਅਪਲਾਈ ਕੀਤੇ ਆ ਜਿੰਨੇ ਵੀ, ਉਹ ਸਾਰਿਆਂ ਨੂੰ ਲੈਟਰਸ ਇਸ਼ੂ ਹੋ ਗਈਆਂ ਨੇ ਤੇ ਅਸੀਂ ਉਹ ਲੈਟਰਸ ਸਟੂਡੈਂਟਸ ਨੂੰ ਅੱਗੇ ਫਾਰਵਰਡ ਕਰ ਰਹੇ ਹੈਗੇ ਆ। ਉਹਦੇ ਬਿਹਾਫ ਦੇ ਉੱਪਰ ਉਹ ਕਾਲਜ ਨਾਲ ਕੰਟੈਕਟ ਕਰਕੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਰਹੇ ਆ ਜੀ। ਜੀ ਬਿਲਕੁਲ। ਤੇ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਅੰਡਰ 100% ਮੰਨਿਆ ਜਾਊਗਾ, ਪ੍ਰੋਵਾਈਡਡ ਕਿਹੜਾ ਤੁਹਾਡਾ ਕਾਲਜ ਜਾਂ ਯੂਨੀਵਰਸਿਟੀ ਹੈਗੀ ਆ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਐਲੀਜੀਬਲ ਕਾਲਜ ਹੋਣਾ ਚਾਹੀਦਾ ਹੈ ਜਾਂ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਜੀ। ਬਿਲਕੁਲ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ ਤੁਸੀਂ। ਬ੍ਰੇਕ ਲਾ ਲੈਂਦੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਥੈਂਕ ਯੂ ਜੀ, ਨੋ ਪ੍ਰੋਬਲਮ। ਹੋਰ ਵੀ ਬਹੁਤ ਸਾਰੇ ਸਵਾਲ ਹੈਗੇ ਨੇ ਜਿਨ੍ਹਾਂ ਦੇ ਅਸੀਂ ਜਵਾਬ ਲੈਣੇ ਨੇ, ਪਰ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। Welcome back after a short break. You are watching Way to Go, the complete immigration solution ਤੇ ਗੱਲਬਾਤ ਹੋ ਰਹੀ ਹੈ ਮਿਸਟਰ ਗੁਰਮੀਤ ਸਿੱਧੂ ਦੇ ਨਾਲ। ਸੋ ਮਿਸਟਰ ਸਿੱਧੂ, ਅਸੀਂ ਗੱਲ ਕੀਤੀ ਸੀਗੀ ਕਿ ਕੌਣ-ਕੌਣ ਕੈਨੇਡਾ ਦੇ ਵਿੱਚ ਆ ਸਕਦਾ ਹੈਗਾ ਆ, ਤੇ ਨਾਲ-ਨਾਲ ਹੁਣ ਵਿਜ਼ਿਟਰ ਜਿਹੜੇ ਹੈਗੇ ਨੇ ਉੱਥੇ ਬੈਠੇ ਨੇ, ਤੇ ਕਿਉਂਕਿ ਵਿਜ਼ਿਟ ਕਰਨ ਦੇ ਲਈ ਤਾਂ ਬਾਰਡਰ ਬੰਦ ਹੈਗੇ ਨੇ, ਪਰ ਫਿਰ ਵੀ ਕਈ ਲੋਕ ਕਹਿ ਰਹੇ ਨੇ ਕਿ ਵਿਜ਼ਿਟਰ ਆ ਸਕਦੇ ਨੇ। ਉਹ ਕਿੱਦਾਂ ਆ ਸਕਦੇ? ਵਿਜ਼ਿਟਰਸ ਹਜੇ ਉਹੀ ਆ ਸਕਦੇ ਜੀ ਜਿਹੜੇ ਬਹੁਤ ਕਲੋਜ਼ ਫੈਮਿਲੀ ਮੈਂਬਰ ਆ, ਜਿਵੇਂ ਪੇਰੈਂਟਸ ਆ ਜਾਂ ਬੱਚੇ ਆ ਜੀ। ਪਰ ਐਪਲੀਕੇਸ਼ਨਸ ਲਾ ਸਕਦੇ ਆ ਜੀ। ਉਹ ਵਿਜ਼ਿਟਰ ਵੀਜ਼ਾ ਦੀਆਂ ਐਪਲੀਕੇਸ਼ਨ ਸਟਿਲ ਲਈਆਂ ਜਾ ਰਹੀਆਂ ਨੇ ਜੀ। ਸਾਨੂੰ ਕੁਐਸਚਨ ਇਹ ਬਹੁਤ ਆਉਂਦਾ ਕਿ ਕੀ ਮੈਂ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦਾ? ਇੱਕ ਰਿਸਟ੍ਰਿਕਸ਼ਨ ਹੈਗੀ ਹੈ ਕਿ ਤੁਸੀਂ ਪੇਪਰ ਬੇਸਡ ਐਪਲੀਕੇਸ਼ਨ ਨਹੀਂ ਲਾ ਸਕਦੇ। ਤੁਸੀਂ ਆਨਲਾਈਨ ਐਪਲੀਕੇਸ਼ਨ ਲਾ ਸਕਦੇ ਹੋ, ਬਟ ਉਹਦਾ ਪ੍ਰੋਸੈਸਿੰਗ ਟਾਈਮ ਲੰਬਾ ਹੋ ਗਿਆ ਜੀ। ਉਹਦਾ ਕਾਰਨ ਇਹੀ ਕਿ VFS ਆਫਿਸਿਸ ਉੱਥੇ ਬੰਦ ਨੇ। ਜਿਹੜਾ VFS ਆਫਿਸ ਹੁੰਦੇ ਆ ਜੀ, ਉਹ ਰਿਸਪੌਂਸੀਬਲ ਹੁੰਦੇ ਹੈਗੇ ਤੁਹਾਡੇ ਬਾਇਓਮੈਟ੍ਰਿਕਸ ਲੈਣ ਲਈ ਤੇ ਪਾਸਪੋਰਟ ਜਮ੍ਹਾਂ ਕਰਾਉਣ ਲਈ ਤੇ ਪਾਸਪੋਰਟ ਰਿਲੀਜ਼ ਕਰਨ ਦੇ ਲਈ। ਤੁਸੀਂ ਉਹਨਾਂ ਨੇ ਹੀ ਪਾਸਪੋਰਟ ਤੁਹਾਡਾ ਜਮ੍ਹਾਂ ਕਰਾਉਣਾ ਹੈ, ਉਹਨਾਂ ਨੇ ਤੁਹਾਨੂੰ ਪਾਸਪੋਰਟ ਪੋਸਟ ਕਰਨਾ ਹੁੰਦਾ ਜੀ ਆਫਟਰ ਵੀਜ਼ਾ। ਪਰ ਜਿਹੜੇ VFS ਆਫਿਸਿਸ ਨੇ, ਉਹ ਪਹਿਲਾਂ ਕਿਹਾ ਗਿਆ ਸੀਗਾ ਕਿ 2 ਸੈਪਟੈਂਬਰ ਨੂੰ ਖੁੱਲ੍ਹ ਜਾਣਗੇ, ਪਰ ਹੁਣ ਉਹ ਫਿਰ 30 ਸੈਪਟੈਂਬਰ ਤੱਕ ਫਿਰ ਅਨਾਉਂਸਮੈਂਟ ਹੋ ਗਈ ਹੈ ਕਿ ਉਹ ਬੰਦ ਰਹਿਣਗੇ। ਸੋ ਜਿੰਨੀ ਦੇਰ ਤੱਕ ਉਹ ਆਫਿਸਿਸ ਖੁੱਲ੍ਹਦੇ ਨਹੀਂ ਜੀ, ਜਿੰਨੀ ਦੇਰ ਤੱਕ VFS ਆਫਿਸ ਆਪਣਾ ਕੰਮ ਨਹੀਂ ਸਟਾਰਟ ਕਰਦੇ ਜੀ, ਉਨੀ ਦੇਰ ਤੱਕ ਜਿਹੜੀ ਇਹ ਪ੍ਰੋਸੈਸਿੰਗ ਹੈਗੀ ਹੈ ਇਹ ਹੋਰ ਲੰਬੀ ਖਿੱਚੀ ਜਾਣੀ ਹੈ, ਕਿਉਂਕਿ ਬਾਇਓਮੈਟ੍ਰਿਕਸ ਤੋਂ ਬਿਨਾਂ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੁੰਦੀ। ਸੋ ਬਾਇਓਮੈਟ੍ਰਿਕਸ ਜਿੰਨੀ ਦੇਰ ਖੁੱਲ੍ਹਦੇ ਨਹੀਂ ਹੈਗੇ ਜੀ, ਉਨੀ ਦੇਰ ਤੱਕ ਵਿਜ਼ਟਰ ਵੀਜ਼ਾ ਜਿਹੜੇ ਹੈਗੇ ਆ ਉਹਨਾਂ ਦੀ ਪ੍ਰੋਸੈਸਿੰਗ ਹੈ, ਡਿਸੀਜ਼ਨ ਜਿਹੜੇ ਹੈਗੇ ਉਹ ਆਉਣੇ ਨਹੀਂ ਹੈਗੇ। ਸੋ ਇਸ ਲਈ ਲੋਕਾਂ ਨੂੰ ਹਜੇ ਵੇਟ ਕਰਨੀ ਪੈਣੀ ਹੈ ਜੀ। ਜੀ ਬਿਲਕੁਲ। ਤੇ ਨਾਲ ਹੁਣ ਜਿਵੇਂ ਸਟੂਡੈਂਟਸ ਜਿਹੜੇ ਉੱਥੇ ਕਈਆਂ ਨੇ 12th ਕਰ ਲਈ ਸੀਗੀ ਤੇ ਉਸ ਤੋਂ ਬਾਅਦ ਵੇਟ ਕਰ ਰਹੇ ਸੀ ਕਿ ਅਸੀਂ ਆਇਲਸ ਕਰਨੀ ਹੈਗੀ ਹੈ, ਕਿਉਂਕਿ ਆਇਲਸ ਸੈਂਟਰ ਵੀ ਜਿਹੜੇ ਉੱਥੇ ਬੰਦ ਹੈਗੇ ਨੇ, ਹਜੇ ਵੀ ਵੇਟ ਕਰ ਰਹੇ ਨੇ। ਵਿੱਚੋਂ ਦੀ ਇੱਕ ਇਹ ਵੀ ਖਬਰ ਆਈ ਸੀ ਕਿ ਡੂਅਲ ਲਿੰਗੋ ਕੋਈ ਪ੍ਰੋਗਰਾਮ ਹੈਗਾ, ਤੁਸੀਂ ਉਹ ਕਰ ਸਕਦੇ ਹੈਗੇ। ਉਹਦੇ ਬਾਰੇ ਕੋਈ ਅਪਡੇਟ ਹੈ? ਉਹਦੇ ਬਾਰੇ ਕਲੀਅਰਲੀ ਕਰਤਾ ਹੈਗਾ ਜੀ IRCC ਨੇ ਕਿ ਡੂਅਲ ਲਿੰਗੋ ਨੂੰ ਨਹੀਂ, ਉਹ ਕੰਸੀਡਰ ਨਹੀਂ ਕਰਨਗੇ ਜੀ। ਸੋ ਆਇਲਸ ਹੀ ਇੱਕ ਜਿਹੜਾ ਟੈਸਟ ਹੈਗਾ ਇੰਗਲਿਸ਼ ਪ੍ਰੋਫੀਸ਼ੀਐਂਸੀ
ਟੈਸਟਿੰਗ ਜਿਹੜਾ ਐਗਜ਼ਾਮ ਹੈਗਾ ਕਿ ਜਿਹਨੂੰ IRCC ਜਿਹੜਾ ਹੈਗਾ ਮੰਨਦੀ ਹੈਗੀ, ਕੰਸੀਡਰ ਕਰਦੀ ਹੈ। ਸੋ ਉਹਦੇ ਲਈ ਹੁਣ ਇੰਡੀਆ ਦੇ ਵਿੱਚ ਆਨਲਾਈਨ ਜਿਹੜਾ ਹੈਗਾ ਚੱਲ ਪਿਆ ਹੈਗਾ ਜੀ, ਆਇਲਸ ਲੈ ਰਹੇ ਨੇ ਉਹ, ਐਂਡ ਆਨਲਾਈਨ ਉਹਨਾਂ ਦੀ ਰਿਜ਼ਰਵੇਸ਼ਨ ਆਉਣੀ ਸ਼ੁਰੂ ਹੋ ਗਈ ਹੈ। ਪਰ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਉਹ ਅਗੇਨ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਿਰਫ ਜੇ ਵੀਜ਼ਾ ਲੱਗ ਵੀ ਜਾਂਦਾ ਜੀ, ਐਪਲੀਕੇਸ਼ਨ ਪ੍ਰੋਸੈਸ ਹੋ ਵੀ ਜਾਂਦੀ ਹੈ, ਤਾਂ ਉਹ ਉਹੀ ਸਟੂਡੈਂਟ ਨੂੰ ਅਲਾਉ ਕਰਨਗੇ ਟਰੈਵਲ ਕਰਨ ਲਈ ਜਿਨ੍ਹਾਂ ਦੇ ਕੁਰੀਕੁਲਮ ਦਾ ਪਾਰਟ ਇੱਥੇ ਆਏ ਤੋਂ ਬਣਾ ਪੂਰਾ ਨਹੀਂ ਹੋ ਸਕਦਾ ਹੈਗਾ। ਸੋ ਇਸ ਕਰਕੇ ਉਹਨਾਂ ਨੂੰ ਵੀ ਹਜੇ ਵੇਟ ਹੀ ਕਰਨੀ ਪੈਣੀ ਹੈ ਜੀ। ਬਿਲਕੁਲ। ਐਪਲੀਕੇਸ਼ਨਸ ਲੱਗ ਰਹੀਆਂ ਨੇ ਉਹਦਾ ਸਾਰੇ? ਐਪਲੀਕੇਸ਼ਨਸ ਲੱਗ ਰਹੀਆਂ ਜੀ, ਜਿਵੇਂ ਰੀਸੈਂਟਲੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਅਸੀਂ ਫਲਾਈਂਗ ਸਕੂਲ ਦੀਆਂ ਕੁਝ ਐਪਲੀਕੇਸ਼ਨਸ ਲਾਈਆਂ ਸੀਗੀਆਂ, ਉਹ ਅਪਰੂਵ ਹੋ ਗਈਆਂ ਹੈਗੀਆਂ, ਐਂਡ ਉਹਨਾਂ ਨੂੰ ਟਰੈਵਲ ਵੀ ਕਰਨ ਦਿੱਤਾ ਗਿਆ ਜੀ, ਕਿਉਂਕਿ ਉਹਨਾਂ ਨੇ ਇੱਥੇ ਆ ਕੇ ਪਲੇਨ ਫਲਾਈ ਕਰਨਾ ਸਿੱਖਣਾ ਹੈ ਜੀ, ਉਹ ਉੱਥੇ ਨਹੀਂ ਸਿੱਖਿਆ ਜਾ ਸਕਦਾ। ਸੋ ਇਵੇਂ ਦੇ ਜਿਹੜੇ ਸਟੂਡੈਂਟਸ ਹੈਗੇ ਆ ਜੀ, ਉਹਨਾਂ ਨੂੰ ਡੈਫੀਨੇਟਲੀ ਵੀਜ਼ਾਸ ਮਿਲੇ ਆ ਤੇ ਉਹ ਟਰੈਵਲ ਕਰ ਲੈਣਗੇ, ਪਰ ਦੂਸਰਿਆਂ ਨੂੰ ਹਜੇ ਉੱਥੇ ਰਹਿ ਕੇ ਪੜ੍ਹਾਈ ਕਰਨੀ ਪੈਣੀ ਹੈ। ਬਿਲਕੁਲ। ਤੇ ਨਾਲ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਹੈਗੇ ਆ ਕਿ PR ਦੀਆਂ ਐਪਲੀਕੇਸ਼ਨਸ ਲੱਗ ਰਹੀਆਂ ਨੇ, ਹੋਰ ਬਹੁਤ ਸਾਰੀਆਂ ਐਪਲੀਕੇਸ਼ਨ ਲੱਗ ਰਹੀਆਂ ਨੇ, ਪ੍ਰੋਸੈਸ ਟਾਈਮ ਕਿੰਨਾ ਕੁ ਲੱਗ ਰਿਹਾ? ਕਿਉਂਕਿ ਕੋਵਿਡ ਕਰਕੇ, ਪੈਂਡੈਮਿਕ ਕਰਕੇ ਬਹੁਤ ਡਿਲੇਜ਼ ਜਿਹੜੀਆਂ ਲੋਕਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਸੋ ਪ੍ਰੋਸੈਸ ਟਾਈਮ ਹੁਣ ਕਿੰਨਾ ਕੁ ਹੋ ਗਿਆ ਹੈਗਾ? ਨੋਰਮਲ ਐਪਲੀਕੇਸ਼ਨ ਜੇ 6 ਮਹੀਨਿਆਂ 'ਚ ਹੁੰਦੀ ਸੀ ਤਾਂ ਹੁਣ ਕਿੰਨਾ ਟਾਈਮ ਲੈ ਰਹੀ ਹੈ? ਹੁਣ ਪ੍ਰੋਸੈਸਿੰਗ ਟਾਈਮ ਹੈ ਜੀ, ਉਹਦਾ ਹਜੇ ਕੋਈ ਪਾਰਟਿਕੂਲਰ ਟਾਈਮ ਨਹੀਂ ਹੈਗਾ ਜੀ ਇਸ ਵਕਤ, ਕਿਉਂਕਿ ਬਹੁਤ ਸਾਰੀਆਂ ਐਪਲੀਕੇਸ਼ਨਸ ਐਵੇਂ ਦੀਆਂ, ਸਾਡੀਆਂ ਆਪਣੀਆਂ ਐਪਲੀਕੇਸ਼ਨਸ ਐਵੇਂ ਦੀਆਂ ਕਿ ਉਹਨਾਂ ਦੀ 100% ਜਿਹੜੀ ਪ੍ਰੋਸੈਸਿੰਗ ਉਹ ਕੰਪਲੀਟ ਹੋ ਚੁੱਕੀ ਹੈ। ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੀ ਐਕਸਪ੍ਰੈਸ ਐਂਟਰੀ ਦੀ ਫਾਈਲ ਜਦੋਂ ਆਪਾਂ ਆਨਲਾਈਨ ਲਾਉਂਦੇ ਆ ਤਾਂ ਉਹਦੇ ਇੱਕ ਬਾਰ ਨਾਲ ਸ਼ੋ ਹੁੰਦਾ ਹੈ ਕਿ ਕਿੰਨੇ ਪਰਸੈਂਟੇਜ ਜਿਹੜੀ ਤੁਹਾਡੀ ਐਪਲੀਕੇਸ਼ਨ ਹੈਗੀ ਆ ਉਹਦੀ ਪ੍ਰੋਸੈਸਿੰਗ ਕੰਪਲੀਟ ਹੋ ਗਈ ਹੈ। ਤਾਂ ਜਿਹੜੀਆਂ ਉਹ ਬਾਰਸ ਹੈਗੀਆਂ ਉਹ 100% ਕੰਪਲੀਟ ਹੋ ਚੁੱਕੀਆਂ ਹੈਗੀਆਂ, ਐਂਡ ਉਹਨਾਂ ਦੇ ਜਿਹੜੇ ਈਵਨ ਅਸੀਂ GCMS ਨੋਟਸ ਅਪਲਾਈ ਕਰਕੇ ਦੇਖੀਏ ਤਾਂ ਜਿਹੜੀਆਂ ਉਹ ਐਪਲੀਕੇਸ਼ਨਸ ਹੈਗੀਆਂ ਐਟ ਫਾਈਨਲ ਸਟੇਜ ਆਫ ਵੀਜ਼ਾ ਤੇ ਖੜੀਆਂ ਆ, ਪਰ ਉਹਨਾਂ ਨੂੰ ਵੀਜ਼ਾ ਨਹੀਂ ਇਸ਼ੂ ਕੀਤਾ ਜਾ ਰਿਹਾ, ਕਿਉਂਕਿ ਜਿਹੜੇ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਜਿਹੜੇ ਬਾਇਓਮੈਟ੍ਰਿਕਸ ਹੁੰਦੇ ਆ ਜੀ, ਉਹ ਹਜੇ ਨਹੀਂ ਹੋ ਪਾ ਰਹੇ। ਉਹਦੇ ਲਈ ਉਹਨਾਂ ਨੇ ਹਜੇ ਸਰਵਿਸ ਕੈਨੇਡਾ ਸੈਂਟਰਸ ਨਹੀਂ ਖੋਲ੍ਹੇ ਸੀਗੇ, ਹੁਣ ਰੀਸੈਂਟਲੀ ਖੋਲ੍ਹੇ ਨੇ ਜੀ। ਹੁਣ ਜਦੋਂ ਉਹ ਬਾਇਓਮੈਟ੍ਰਿਕਸ ਲੈਣਗੇ ਜੀ, ਉਸ ਤੋਂ ਬਾਅਦ ਉਹਨਾਂ ਦਾ ਫਾਈਨਲ ਡਿਸੀਜਨ ਆਊਗਾ ਜੀ। ਪਰ ਐਕਸਪ੍ਰੈਸ ਐਂਟਰੀ ਦਾ ਜਿਹੜਾ ਇਸ ਵਕਤ ਪ੍ਰੋਸੈਸਿੰਗ ਟਾਈਮ ਉਹ ਜ਼ਿਆਦਾ ਵੱਧ ਚੁੱਕਾ ਹੈ। ਸੋ ਮੋਸਟ ਪ੍ਰੋਬਬਲੀ 1.5 ਈਅਰ ਦਾ ਪ੍ਰੋਸੈਸਿੰਗ ਟਾਈਮ ਇਸ ਵਕਤ ਹੋ ਚੁੱਕਾ ਜੀ, ਜਿਹੜਾ 6 ਤੋਂ 7 ਮਹੀਨੇ ਦਾ ਹੁੰਦਾ ਸੀਗਾ ਜੀ। ਸੋ ਇਸ ਲਈ ਉਹਨਾਂ ਨੂੰ ਵੀ ਹਜੇ ਵੇਟ ਕਰਨੀ ਪੈ ਰਹੀ ਹੈ ਜਿੰਨੀ ਦੇਰ ਤੱਕ ਆਪਣੇ ਬਾਇਓਮੈਟ੍ਰਿਕਸ ਨਹੀਂ ਖੋਲ੍ਹਦੇ ਹੈਗੇ, ਕਿਉਂਕਿ ਇਸ ਤਰ੍ਹਾਂ ਹੈਗਾ ਜੀ, ਕਈ ਜਿਹੜੇ ਐਪਲੀਕੈਂਟਸ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਰਹਿ ਕੇ ਵਰਕ ਪਰਮਿਟ ਲਿਆ, ਫਿਰ ਉਹਨਾਂ ਨੇ ਫਾਈਲ ਲਾ ਦਿੱਤੀ, ਪਰ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਪਿੱਛੇ ਆ, ਬੈਕ ਹੋਮ ਆ, ਹੁਣ ਉਹਨਾਂ ਦੇ ਬਾਇਓਮੈਟ੍ਰਿਕਸ ਤਾਂ ਉੱਥੇ ਹੀ ਹੋਣੇ ਆ ਜੀ। ਸੋ ਜਿੰਨੀ ਦੇਰ ਤੱਕ ਪਿੱਛੋਂ ਵਾਲੇ VFS ਆਫਿਸ ਖੁੱਲ੍ਹਦੇ ਨਹੀਂ ਹੈਗੇ ਤੇ ਉਹ ਬਾਇਓਮੈਟ੍ਰਿਕਸ ਲੈਂਦੇ ਨਹੀਂ ਹੈਗੇ, ਤਾਂ ਉਹ ਐਪਲੀਕੇਸ਼ਨ ਉਨੀ ਦੇਰ ਸਟਕ ਰਹਿਣਗੀਆਂ। ਸੋ ਇਹ ਸਾਰਾ ਕੁਝ ਡਿਪੈਂਡ ਕਰਦਾ ਜੀ ਕਿ ਕਿੰਨੀ ਜਲਦੀ ਬਾਇਓਮੈਟ੍ਰਿਕਸ ਆਫਿਸ ਖੁੱਲ੍ਹਦੇ ਆ, VFS ਆਫਿਸ ਖੁੱਲ੍ਹਦਾ ਹੈ, ਤੇ ਉਨੀ ਜਲਦੀ ਹੀ ਜਿਹੜੇ ਉਹ ਪਿੱਛੋਂ ਫੈਮਿਲੀ ਮੈਂਬਰਸ ਆ ਉਹ ਕੈਨੇਡਾ ਆ ਸਕਦੇ ਆ ਜੀ। ਇਨ ਕੈਨੇਡਾ ਦੀਆਂ ਜਿਹੜੀਆਂ ਐਪਲੀਕੇਸ਼ਨ ਲੱਗ ਰਹੀਆਂ ਉਹਨਾਂ ਦਾ ਵੀ ਸੇਮ ਹੀ ਹੈ? ਸੇਮ ਪ੍ਰੋਸੈਸਿੰਗ ਹੈ ਜੀ, ਉਹ ਵੀ ਹੁਣ ਖੜੀਆਂ ਜੀ, ਕਿਉਂਕਿ ਜਿਹੜਾ PR ਦੇ ਲਈ ਉਹਨਾਂ ਨੇ ਬਾਇਓਮੈਟ੍ਰਿਕਸ ਲੈਣੇ ਸੀਗੇ ਉਹ ਹੁਣ ਲੈਣੇ ਸ਼ੁਰੂ ਕੀਤੇ ਆ ਜੀ। ਸੋ ਮੈਨੂੰ ਲੱਗਦਾ ਕਿ ਹੁਣ ਜਿਹੜਾ ਪ੍ਰੋਸੈਸਿੰਗ ਆ ਉਹ ਫਾਸਟ ਹੋ ਜੂਗੀ, ਕਿਉਂਕਿ ਬਾਇਓਮੈਟ੍ਰਿਕਸ ਖੁੱਲ ਗਏ ਆ ਜੀ। ਐਕਸਪ੍ਰੈਸ ਐਂਟਰੀ ਦੀ ਅਸੀਂ ਗੱਲ ਕਰ ਰਹੇ ਸੀਗੇ ਵੀ ਕਈ ਕਨਫਿਊਜ਼ਨ ਹੁੰਦੀ ਹੈਗੀ ਹੈ ਕਿ ਫੈਡਰਲ ਲੈਵਲ ਦੀ ਹੈਗੀ ਹੈ, ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਤੁਸੀਂ ਅਪਲਾਈ ਕੀਤਾ ਹੈਗਾ ਆ। ਸੋ ਇਹਨੂੰ ਥੋੜਾ ਐਕਸਪਲੇਨ ਕਰਕੇ ਦੱਸੋ ਕਿ ਐਕਸਪ੍ਰੈਸ ਐਂਟਰੀ ਦੀ ਹੁੰਦੀ ਕੀ ਹੈ ਤੇ ਕਿਸ ਤਰ੍ਹਾਂ ਇਹ ਜਿਹੜੀਆਂ ਫਾਈਲਸ ਲੱਗਦੀਆਂ ਨੇ? ਐਕਸਪ੍ਰੈਸ ਐਂਟਰੀ ਜਿਹੜਾ ਫੈਡਰਲ ਪ੍ਰੋਗਰਾਮ ਹੈ ਜੀ, ਪਰ ਜਿਹੜੀਆਂ ਪ੍ਰੋਵਿੰਸਿਸ ਹੈਗੀਆਂ ਉਹਨਾਂ ਨੇ ਵੀ ਆਪਣਾ ਐਕਸਪ੍ਰੈਸ ਐਂਟਰੀ ਪ੍ਰੋਗਰਾਮਸ ਜਿਹੜੇ ਆ ਉਹ ਕੱਢੇ ਹੋਏ ਆ। ਜਿਵੇਂ ਕੁਝ ਕੈਟਾਗਰੀਜ਼ ਵਿੱਚ BC ਪ੍ਰੋਵਿੰਸ਼ੀਅਲ ਨੋਮਨੀ ਦੇ ਵਿੱਚ ਤੁਸੀਂ 2 ਟਾਈਪਸ ਐਪਲੀਕੇਸ਼ਨ ਲਾ ਸਕਦੇ ਆ। ਜੇ ਤੁਸੀਂ ਐਲੀਜੀਬਲ ਹੈਗੇ ਐਕਸਪ੍ਰੈਸ ਐਂਟਰੀ ਦੇ ਲਈ ਤਾਂ ਤੁਸੀਂ BCPNP ਦੇ ਥਰੂ ਵੀ ਐਕਸਪ੍ਰੈਸ ਐਂਟਰੀ ਫਾਈਲ ਐਪਲੀਕੇਸ਼ਨ ਲੌਂਚ ਕਰ ਸਕਦੇ ਹੋ। ਸੈਕੰਡਲੀ ਜਿਹੜਾ ਹੈਗਾ ਫੈਡਰਲ ਦਾ ਹੈਗਾ, ਉਹ ਤਾਂ ਪ੍ਰੋਗਰਾਮ ਹੀ ਫੈਡਰਲ ਹੈਗਾ ਜੀ। ਉਹਦੇ ਲਈ ਸਾਨੂੰ ਬਹੁਤ ਸਾਰੀਆਂ ਕਾਲਸ ਇਸ ਤਰ੍ਹਾਂ ਦੀਆਂ ਆਉਂਦੀਆਂ ਕਿ ਐਲੀਜੀਬਲ ਨਹੀਂ ਹੋ ਪਾ ਰਹੇ, ਜਿਵੇਂ 35 ਜਾਂ 40 ਪੁਆਇੰਟਾਂ ਦਾ ਜਿਹੜਾ ਹੈਗਾ ਜੀ ਉਹ ਥ੍ਰੈਸ਼ਹੋਲਡ ਤੋਂ ਰਹਿ ਜਾਂਦੇ ਆ। ਜਿਵੇਂ ਹੁਣ ਰੀਸੈਂਟਲੀ ਜਿਹੜਾ ਹੁਣ ਸਕੋਰ ਆਇਆ ਜੀ ਉਹ 472 ਦਾ ਆਇਆ ਜੀ, ਪਰ ਬਹੁਤ ਸਾਰੇ ਐਪਲੀਕੈਂਟਸ ਇੰਡੀਆ ਦੇ ਵਿੱਚ ਐਵੇਂ ਦੇ ਹੈਗੇ ਆ ਕਿ ਜਿਨ੍ਹਾਂ ਦਾ 430 ਬਣਦਾ ਹੈ ਜਾਂ 435 ਵੀ ਬਣਦਾ ਹੈ। ਸੋ ਉਹਦੇ ਵਿੱਚ ਕਈ ਫੈਕਟਰ ਹੁੰਦੇ ਆ, ਏਜ ਦਾ ਹੁੰਦਾ ਜੀ, ਐਕਸਪੀਰੀਅੰਸ ਦਾ ਹੁੰਦਾ ਆ, ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਹੁੰਦਾ ਆ, ਤੁਹਾਡੀ ਅਡੈਪਟੇਬਿਲਿਟੀ ਦਾ ਹੁੰਦਾ ਕਿ ਤੁਹਾਡੇ ਕੋਲ ਜੌਬ ਆਫਰ ਹੈਗੀ ਜਾਂ ਭੈਣ ਭਰਾ ਰਹਿੰਦਾ ਜੀ ਉੱਥੇ, ਜਾਂ ਤੁਹਾਨੂੰ ਕੋਈ ਇੰਪਲੋਇਰ ਸਪੋਰਟ ਕਰ ਰਿਹਾ। ਇਹ ਸਾਰੇ ਫੈਕਟਰਸ ਜਦੋਂ ਆਪਾਂ ਮਿਲਾਉਣੇ ਆ ਜੀ, ਉਹ ਪੁਆਇੰਟ ਥ੍ਰੈਸ਼ਹੋਲਡ ਅੱਜ ਕੱਲ੍ਹ 472 ਤੇ ਜਾ ਰਿਹਾ ਜੀ 472 ਤੇ। ਸੋ ਜੇਕਰ ਕਿਸੇ ਵੀ ਐਪਲੀਕੈਂਟ ਦਾ ਮੈਂ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਕਹਿਣਾ ਚਾਹੁੰਦਾ ਹਾਂ ਕਿ ਜੇ ਬਹੁਤ ਸਾਰੇ ਕੈਂਡੀਡੇਟ ਹੈਗੇ ਆ ਜਿਹੜੇ ਮੀਟ ਨਹੀਂ ਕਰ ਪਾ ਰਹੇ ਉਸ ਥ੍ਰੈਸ਼ਹੋਲਡ ਨੂੰ, ਤਾਂ 50 ਦਾ ਗੈਪ ਰਹਿ ਜਾਂਦਾ। ਹਾਂਜੀ, 50 ਦਾ ਗੈਪ ਰਹਿ ਜਾਂਦਾ ਜੀ। ਤਾਂ ਸਾਡੇ ਕੋਲੇ ਇੰਪਲੋਇਰਸ ਇਨ ਹੈਂਡ ਹੈਗੇ ਆ ਜਿਹੜੇ ਲੱਭਦੇ ਪਏ ਆ ਐਲੀਜੀਬਲ ਐਪਲੀਕੈਂਟਸ ਨੂੰ, ਕਿ ਜੇ ਮੰਨ ਲਓ ਕਿਸੇ ਦੇ ਕੋਲ ਐਕਸਪੀਰੀਅੰਸ ਹੈਗਾ ਆ, ਇੰਗਲਿਸ਼ ਪ੍ਰੋਫੀਸ਼ੀਐਂਸੀ ਹੈਗੀ ਆ, ਤਾਂ ਅਸੀਂ ਉਸ ਇੰਪਲੋਇਰਸ ਦੇ ਜ਼ਰੀਏ ਉਹਨਾਂ ਦੇ ਪੁਆਇੰਟਸ ਮੀਟ ਕਰ ਸਕਦੇ ਹਾਂ। ਅਸੀਂ ਉਹਨਾਂ ਨੂੰ ਜੌਬ ਆਫਰ ਲੈ ਕੇ ਉਹਨਾਂ ਜਿਹੜਾ 50 ਪੁਆਇੰਟ ਦਾ ਗੈਪ ਰਹਿੰਦਾ ਹੈ ਅਸੀਂ ਉਹਨੂੰ ਪੂਰਾ ਕਰ ਸਕਦੇ ਹਾਂ ਜੀ। ਜਾਂ ਕਈ ਐਵੇਂ ਦੇ ਵੀ ਸਾਡੇ ਕੋਲ ਇੰਪਲੋਇਰਸ ਹੈਗੇ ਆ ਕਿ ਜਿਨ੍ਹਾਂ ਨੂੰ ਕੈਟਾਗਰੀ O ਲੈਵਲ ਦੇ
ਐਪਲੀਕੈਂਟਸ ਵੀ ਚਾਹੀਦੇ, ਕੈਂਡੀਡੇਟਸ ਚਾਹੀਦੇ ਆ ਜਿਹੜੀਆਂ ਮੈਨੇਜਿੰਗ ਲੈਵਲ ਦੀਆਂ ਜੌਬਸ ਹੈਗੀਆਂ, ਜਿਵੇਂ ਜਨਰਲ ਮੈਨੇਜਰ ਦੀ ਹੈਗੀ, ਮੈਨੇਜਿੰਗ ਡਾਇਰੈਕਟਰ ਦੀ ਜੌਬ ਹੈਗੀ ਆ, ਜਾਂ CEO ਲੈਵਲ ਦੀਆਂ ਜੌਬਸ ਹੈਗੀਆਂ। ਕੁਛ EMPLOYER ਉਹ ਹੁੰਦੇ ਆ ਕਿ ਜਿਹਨਾਂ ਨੂੰ ਉਹ ਜੌਬਸ ਦੇ ਲਈ ਆਕੂਪੇਸ਼ਨ ਵਾਲੇ ਬੰਦੇ ਚਾਹੀਦੇ ਹੁੰਦੇ ਆ, ਤਾਂ ਉਹਦੇ 200 ਪੁਆਇੰਟ ਮਿਲਦੇ ਆ। ਸੋ ਜੇਕਰ ਕਿਸੇ 200 ਪੁਆਇੰਟ ਤੱਕ ਦਾ ਵੀ ਗੈਪ ਰਹਿੰਦਾ ਹੈ ਤਾਂ ਅਸੀਂ ਉਸ ਐਪ ਕੈਂਡੀਡੇਟ ਨੂੰ ਉਹਦੇ ਪੁਆਇੰਟਸ ਜਿਹੜੇ ਹੈਗੇ ਮੀਟ ਕਰਵਾ ਸਕਦੇ ਹੈਗੇ। ਸੋ ਐਕਸਪ੍ਰੈਸ ਐਂਟਰੀ ਸਾਰਾ ਪੁਆਇੰਟ ਬੇਸਡ ਹੀ ਪ੍ਰੋਗਰਾਮ ਹੈਗਾ ਜੀ। ਸੋ ਜੇ ਤੁਹਾਡਾ ਪੁਆਇੰਟਾਂ ਦੇ ਵਿੱਚ ਕੋਈ ਕਮੀ ਰਹਿੰਦੀ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਜਿਵੇਂ ਹੁਣ ਐਕਸਪ੍ਰੈਸ ਐਂਟਰੀ ਅਸੀਂ ਫੈਡਰਲ ਦੀ ਗੱਲ ਕਰਦੇ ਹੈਗੇ ਆ ਤੇ ਉੱਥੇ ਕਈ ਵਾਰ ਪ੍ਰੋਵਿੰਸਸ ਦਾ ਵੀ ਫਰਕ ਪੈ ਜਾਂਦਾ। ਜੇ ਹੁਣ ਅਸੀਂ ਇਨ ਕੈਨੇਡਾ ਐਪਲੀਕੇਸ਼ਨ ਲਗਾਉਣੀ ਹੈਗੀ ਹੈ, ਕਈ ਵਾਰ ਕਹਿ ਦਿੰਦੇ ਆ ਕਿ ਤੁਸੀਂ ਕਿਸੇ ਐਫਜੀ ਪ੍ਰੋਵਿੰਸ ਦੇ ਵਿੱਚ ਮੂਵ ਹੋ ਜਾਓ ਜਿੱਥੇ ਤੁਹਾਨੂੰ ਪੁਆਇੰਟ ਮਿਲ ਸਕਦੇ ਆ, ਈਜ਼ੀਲੀ ਪੁਆਇੰਟ ਮਿਲ ਸਕਦੇ ਆ। ਕਈ ਵਾਰ ਕਿਸੇ ਕੋਲ ਮੈਨੇਜਰ ਲੈਵਲ ਦੀ ਜੌਬ ਨਹੀਂ ਹੁੰਦੀ ਹੈਗੀ ਜਾਂ ਹਾਈ ਲੈਵਲ ਦੀ ਜੌਬ ਨਹੀਂ ਹੁੰਦੀ ਹੈਗੀ। ਸੋ ਇਹ ਗੁੱਡ ਆਈਡੀਆ ਹੈਗਾ ਕਿ ਪ੍ਰੋਵਿੰਸ ਤੁਸੀਂ ਛੱਡ ਕੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਸੈਟਲ ਡਾਊਨ ਹੋ ਜਾਓ। ਦੇਖੋ, ਇਹ ਬਹੁਤਾ ਜਿਹੜਾ ਕਾਰਗਰ ਸਾਬਤ ਹੁੰਦਾ ਜੀ, ਜਿਹੜਾ ਪ੍ਰੋਵਿੰਸਿਸ ਮੂਵ ਕਰਨਾ ਸਟੂਡੈਂਟਸ ਲਈ ਜ਼ਿਆਦਾ ਵਧੀਆ ਜੀ। ਜਿਹੜੇ ਸਟੂਡੈਂਟਸ ਇੱਥੋਂ ਪੜ੍ਹੇ ਆ ਉਹਨਾਂ ਦੇ ਪੁਆਇੰਟਸ ਮੀਟ ਨਹੀਂ ਹੁੰਦੇਗੇ, ਤਾਂ ਜਿਹੜੀ ਕੁਝ ਪ੍ਰੋਵਿੰਸਿਸ ਹੈਗੀਆਂ ਜਿਵੇਂ ਯੂਕੌਨ ਹੈਗੀ ਹੈ ਜੀ, ਨੋਵਾ ਸਕੋਸ਼ੀਆ ਆ, ਪ੍ਰਿੰਸ ਐਡਵਰਡ ਆਈਲੈਂਡਸ ਹੈਗਾ ਜੀ, ਜਾਂ ਨਿਊ ਬਰਨਸਵਿਕ ਆ, ਇਹ ਸਟੇਟਸ ਦੇ ਵਿੱਚ ਬਹੁਤ ਸਾਰੇ ਜਿਹੜੇ ਆਕੂਪੇਸ਼ਨ ਹੈਗੇ ਆ ਉਹ ਐਲੀਜੀਬਲ ਹੁੰਦੇ ਆ, ਜਿਹੜੇ BC ਦੇ ਵਿੱਚ ਨਹੀਂ ਹੁੰਦੇ ਜੀ, ਜਾਂ ਓਨਟਾਰੀਓ 'ਚ ਨਹੀਂ ਹੁੰਦੇਗੇ। ਜਿਹੜੇ ਜਿਵੇਂ ਕੈਟਾਗਰੀ C ਦੀਆਂ ਕੁਝ ਜੌਬਸ ਹੈਗੀਆਂ ਜੀ, ਹੈਲਪਰ ਦੀਆਂ ਜੌਬਸ ਆ, ਉਹ ਇੱਥੇ PR ਲਈ ਛੇਤੀ ਐਲੀਜੀਬਲ ਨਹੀਂ ਹੁੰਦੇ ਜੀ, ਪੁਆਇੰਟ ਨਹੀਂ ਮੀਟ ਕਰ ਪਾਉਂਦੇ। ਪਰ ਜਿਹੜੇ ਉਹ ਪ੍ਰੋਵਿੰਸਿਸ ਹੈਗੀਆਂ ਜੀ, ਉੱਥੇ ਆਲਵੇਜ਼ ਪੁਆਇੰਟ ਘੱਟ ਰਹਿੰਦੇ ਆ, ਕਿਉਂਕਿ ਉੱਥੇ ਪਹਿਲਾਂ ਇਮੀਗ੍ਰੇਸ਼ਨ ਘੱਟ ਰਹੀ ਹੈ ਜੀ। ਸੋ ਉਹਨਾਂ ਜਿਹੜੀਆਂ ਗਵਰਨਮੈਂਟਸ ਹੈਗੀਆਂ ਉਹਨਾਂ ਨੇ ਪ੍ਰੋਗਰਾਮ ਨੂੰ ਡਿਜ਼ਾਈਨ ਇਸ ਵਜ੍ਹਾ ਨਾਲ ਕੀਤਾ ਕਿ ਉਹ ਅਟਰੈਕਟ ਕਰ ਰਹੇ ਆ ਮੋਰ ਇਮੀਗ੍ਰੈਂਟਸ ਨੂੰ, ਕਿ ਜ਼ਿਆਦਾ ਲੋਕ ਇੱਥੇ ਆ ਕੇ ਪੱਕੇ ਹੋ ਕੇ ਸਾਡੇ ਕੋਲੇ ਰਹਿਣ ਤੇ ਸਾਡੀ ਵੀ ਜਿਹੜੀ ਪ੍ਰੋਵਿੰਸ ਹੈਗੀ ਉਹ ਬਾਕੀ ਪ੍ਰੋਵਿੰਸਿਸ ਨਾਲ ਪ੍ਰੋਸਪਰ ਹੋ ਸਕਣ। ਸੋ ਇਸ ਕਰਕੇ ਉਹਨਾਂ ਨੇ ਆਪਣੇ ਪ੍ਰੋਗਰਾਮ ਨੂੰ ਥੋੜ੍ਹਾ ਫਲੈਕਸੀਬਲ ਰੱਖਿਆ ਜੀ। ਉਹਨਾਂ ਨੇ ਜਿਹੜੀਆਂ ਹੈਲਪਰਸ ਦੀਆਂ ਜੌਬਸ ਹੈਗੀਆਂ ਉਹਨਾਂ ਲਈ ਵੀ ਸਿੱਧੀ PR ਦਾ ਰੱਖਿਆ ਹੋਇਆ ਜੀ, ਪ੍ਰੋਵੀਜ਼ਨ ਰੱਖੀ ਹੋਈ ਹੈ, ਤੇ ਪੁਆਇੰਟਸ ਉਹ ਘੱਟ ਰਹਿੰਦੇ ਆ ਜੀ। ਸੋ ਬਹੁਤ ਸਾਰੇ ਸਟੂਡੈਂਟਸ ਹੈਗੇ ਅੱਜ ਕੱਲ੍ਹ ਉੱਧਰ ਨੂੰ ਜਾ ਰਹੇ ਆ। ਪਰ ਆਲਵੇਜ਼ ਹੁੰਦਾ ਐਂ ਹੈ ਜੀ ਕਿ ਇੱਕ ਪ੍ਰੋਵਿੰਸ ਜੇਕਰ ਆਪਣਾ ਫਲੈਕਸੀਬਲ ਰੱਖਦੀ ਹੈ ਪ੍ਰੋਗਰਾਮ ਤੇ ਦੂਸਰੀ ਪ੍ਰੋਵਿੰਸ 'ਚ ਮੂਵ ਹੋਣੇ ਸ਼ੁਰੂ ਹੋ ਜਾਂਦੇ ਆ, ਤਾਂ ਨਾਲ ਹੀ ਦੂਸਰੀ ਪ੍ਰੋਵਿੰਸ ਵੀ ਜਿਹੜੀ ਆ ਪੁਆਇੰਟਸ ਤੇ ਘੱਟ ਲੈ ਆਉਂਦੇ ਆ ਜੀ। ਸਾਰਾ ਕੁਝ ਇਹਨਾਂ ਦੇ ਹੱਥ 'ਚ ਹੀ ਹੁੰਦਾ ਜੀ। ਸੋ ਇਹ ਬੈਕ ਐਂਡ ਫੋਰਥ ਚੱਲਦਾ ਰਹਿਣਾ ਜੀ। ਸੋ ਹਰੇਕ ਪ੍ਰੋਵਿੰਸ ਨੇ ਆਪੋ ਆਪਣੀ ਲੋੜਾਂ ਦੇ ਮੁਤਾਬਕ ਜਿਹੜਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਡਿਜ਼ਾਈਨ ਕੀਤਾ ਹੋਇਆ ਜੀ। ਸੋ ਜਿਸ ਜਗ੍ਹਾ ਤੇ ਜਿਸ ਤਰ੍ਹਾਂ ਦੇ ਵਰਕਰਸ ਦੀ ਲੋੜ ਹੈਗੀ ਆ ਤਾਂ ਉੱਥੇ ਸਟੂਡੈਂਟਸ ਜਿਹੜੇ ਹੋਰ ਵਰਕਰਸ ਆ ਉਹ ਜਾ ਕੇ ਉੱਥੇ ਪੱਕੇ ਹੋ ਰਹੇ ਆ। ਜਿਵੇਂ ਅਸੀਂ ਅੱਜ ਗੱਲ ਕੀਤੀ ਕਿ 472 ਦੇ ਉੱਤੇ ਪੁਆਇੰਟ ਆ ਗਏ, ਕਈ ਵਾਰੀ ਹੁੰਦਾ 450 ਆ ਗਏ ਹੈਗੇ, 460 ਆ ਗਏ ਹੈਗੇ। ਉਹ ਪੁਆਇੰਟ ਕਿਹੜੇ ਬੇਸ ਦੇ ਉੱਤੇ ਆਉਂਦੇ ਹੈਗੇ? ਇਹਦੀ ਹਜੇ ਤੱਕ ਸਾਨੂੰ ਵੀ ਸਮਝ ਨਹੀਂ ਹੈਗੀ। ਜਿਹੜਾ ਇਹ ਪ੍ਰੋਗਰਾਮ ਡਿਜ਼ਾਈਨ ਕਰਦੀ ਹੈ ਜੀ, ਗਵਰਨਮੈਂਟ ਦੇ ਹੱਥ 'ਚ ਹੀ ਹੈ ਜੀ ਸਾਰਾ ਕੁਝ। ਇਹਨਾਂ ਦੀ ਹਜੇ ਤੱਕ ਸਾਨੂੰ ਵੀ ਨਹੀਂ ਪਤਾ ਜੀ ਕਿ ਉਹਨਾਂ ਨੇ ਕੀ ਆਪਣੇ ਹੱਥ ਦੇ ਵਿੱਚ ਇਹ ਜਾਦੂ ਦੀ ਛੜੀ ਰੱਖੀ ਹੋਈ ਹੈ ਜੀ, ਕਿ ਕਿਸ ਤਰ੍ਹਾਂ ਉਹ ਪ੍ਰੋਗਰਾਮ ਇਸ ਨੂੰ ਮੈਨੇਜ ਕਰਦਾ। ਪਰ ਮੈਨੂੰ ਇਹ ਲੱਗਦਾ ਕਿ ਜਦੋਂ ਗਵਰਨਮੈਂਟ ਨੂੰ ਲੱਗਦਾ ਕਿ ਜ਼ਿਆਦਾ ਲੋੜ ਹੈ ਜੀ ਇਮੀਗ੍ਰੈਂਟਸ ਦੀ, ਤਾਂ ਉਹ ਪੁਆਇੰਟਸ ਜਿਹੜੇ ਹੈਗੇ ਉਹ ਘੱਟ ਰੱਖਦੇ ਆ। ਜਦੋਂ ਉਹਨਾਂ ਨੇ ਇੱਕ ਇਮੀਗ੍ਰੇਸ਼ਨ ਜਾਂ ਜਿਹੜਾ ਉਹਨਾਂ ਨੇ ਥ੍ਰੈਸ਼ਹੋਲਡ ਮੀਟ ਕਰਨਾ ਹੁੰਦਾ, ਪੂਰਾ ਕਰਨਾ, ਕਿ 3.5 ਲੱਖ ਦਾ ਥ੍ਰੈਸ਼ਹੋਲਡ ਉਹਨਾਂ ਦਾ ਹੈਗਾ, ਕਿ ਲੱਗਦਾ ਕਿ ਹੁਣ ਪੂਰਾ ਨਹੀਂ ਹੋ ਰਿਹਾ ਜੀ, ਤਾਂ ਉਹ ਥੋੜ੍ਹੇ ਜਿਹੜੇ ਪੁਆਇੰਟਸ ਆ ਉਹ ਘੱਟ ਕਰ ਦਿੰਦੇ ਤਾਂ ਕਿ ਜ਼ਿਆਦਾ ਕੈਂਡੀਡੇਟ ਐਲੀਜੀਬਲ ਹੋ ਸਕਣ। ਇਹ ਸਾਰਾ ਜੀ ਉਹਨਾਂ ਨੇ ਆਪਣੇ ਹੱਥ 'ਚ ਹੀ ਰੱਖਿਆ ਹੋਇਆ ਜੀ। ਇਹਦੇ ਬਾਰੇ ਕੋਈ ਨਾ ਤਾਂ ਜਾਣ ਸਕਦਾ ਜੀ। ਅਸੀਂ ਪ੍ਰਾਈਵੇਸੀ ਐਕਟ ਦੇ ਅੰਡਰ ਪਾਈ ਵੀ ਸੀਗੀ ਜੀ ਇਹਦੇ ਅੰਡਰ, ਕਿ ਸਾਨੂੰ ਪਤਾ ਲੱਗੇ ਕੀ ਕੀ ਚੀਜ਼ਾਂ ਦੇਖਦੇ ਆ। ਪਰ ਉਹ ਜਿਹੜੇ ਪੂਲ ਦੇ ਵਿੱਚ ਜਿੰਨੇ ਕੈਂਡੀਡੇਟਸ ਜ਼ਿਆਦਾ ਜਾਣਗੇ ਜੀ ਉਹਨਾਂ ਪੁਆਇੰਟਸ ਅਪ ਰਹਿਣਗੇ ਜੀ, ਜਿੰਨੇ ਘੱਟ ਜਾਣਗੇ ਉਹਨੇ ਪੁਆਇੰਟਸ ਜਿਹੜੇ ਉਹ ਘੱਟ ਰਹਿੰਦੇ ਆ। ਬਿਲਕੁਲ, ਕਿਉਂਕਿ ਜਦੋਂ ਕਈ ਵਾਰੀ ਕਿਸੇ ਨਾਲ ਗੱਲ ਕਰੀਦੀ ਹੈ ਕਿ ਅਸੀਂ ਫਾਈਲ ਲਾਈ ਹੋਈ ਹੈ, ਸਾਡੇ ਪੁਆਇੰਟ ਜਿਹੜੇ ਹੈਗੇ ਮੰਨ ਲਓ 65 ਤੱਕ ਸੀਗੇ, 72 ਆ ਗਏ, 5 ਪੁਆਇੰਟ ਨਾਲ ਰਹਿ ਗਏ ਅਸੀਂ, ਹੈ ਨਾ। ਸੋ ਉਹ ਕਿਤੇ ਨਾ ਕਿਤੇ ਹੁੰਦਾ ਹੈ ਕਿ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਆਉਂਦੇ ਹੈਗੇ। ਜੇ ਪਤਾ ਹੋਵੇ ਤਾਂ ਉਸ ਹਿਸਾਬ ਨਾਲ ਤੁਸੀਂ ਆਪਣੇ ਪੁਆਇੰਟ ਜਿਹੜੇ ਉਹ ਐਡਜਸਟ ਕਰ ਸਕਦੇ ਹੋ। ਹਾਂਜੀ, ਇਹਨਾਂ ਨੂੰ ਥੋੜਾ ਕੈਟਾਗਰੀਜ਼ ਨੂੰ ਜਿਹੜੀਆਂ ਨੇ ਕੁਝ ਕੈਟਾਗਰੀਜ਼ ਹੈਗੀਆਂ ਜਿਨ੍ਹਾਂ ਨੂੰ ਇਹਨਾਂ ਨੂੰ ਸੈਪਰੇਟ ਕਰਨਾ ਚਾਹੀਦਾ ਆ। ਜਿਵੇਂ ਟ੍ਰੇਡ ਵਾਲੀਆਂ ਕੈਟਾਗਰੀਜ਼ ਡੈਫੀਨੇਟਲੀ ਹੈਗੀਆਂ ਕਿ ਉਹਨਾਂ ਨੂੰ ਸੈਪਰੇਟ ਰੱਖਿਆ ਹੋਇਆ ਹੈ। ਪਰ ਉਸੇ ਕੈਟਾਗਰੀ ਦੇ ਅੰਡਰ ਇੱਥੋਂ ਦੇ ਜਿਹੜੇ ਲੋਕਲ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਇੱਥੋਂ ਦਾ ਐਕਸਪੀਰੀਅੰਸ ਲਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ, ਉਹ ਵੀ ਉਸੇ ਕੈਟਾਗਰੀ ਅੰਡਰ ਅਪਲਾਈ ਕਰ ਰਹੇ ਆ। ਐਂਡ ਜਿਹੜੇ ਬਾਹਰੋਂ ਆਏ ਆ ਵਿਚਾਰੇ, ਜਿਨ੍ਹਾਂ ਨੇ 12 ਕੀਤੀਆਂ ਆ, ਜਿਨ੍ਹਾਂ ਨੇ ਗ੍ਰੇਡ 12 ਤੋਂ ਬਾਅਦ ਕੋਈ ਛੋਟਾ ਮੋਟਾ ਡਿਪਲੋਮਾ ਕੀਤਾ ਆ, ਬਾਹਰੋਂ ਉਹਨਾਂ ਦੀ ਪੜ੍ਹਾਈ ਇੰਨੀ ਵਧੀਆ ਨਹੀਂ ਸੀ, ਉਹਨਾਂ ਦੇ ਇੰਗਲਿਸ਼ ਪ੍ਰੋਫੀਸ਼ੀਐਂਸੀ ਵਿੱਚ ਨੰਬਰ ਨਹੀਂ ਬਣ ਰਹੇ, ਉਹ ਵੀ ਉਸੇ ਪੂਲ ਦੇ ਵਿੱਚ ਹੀ ਜਾ ਰਹੇ ਆ ਜੀ। ਇਹ ਸਟੂਡੈਂਟਸ ਲਈ ਅਲੱਗ ਪੂਲ ਹੋਣਾ ਚਾਹੀਦਾ ਜੀ ਐਕਸਪ੍ਰੈਸ ਐਂਟਰੀ ਟ੍ਰੇਡ ਦੇ ਵਿੱਚ, ਤੇ ਜਿਹੜੇ ਬਾਹਰੋਂ ਆਏ ਹੈਗੇ ਵਰਕਰ ਉਹਨਾਂ ਲਈ ਵੱਖਰਾ ਹੋਣਾ ਚਾਹੀਦਾ ਜੀ। ਪਰ ਜਿਹੜਾ ਇੱਕੋ ਹੀ ਪੂਲ ਦੇ ਵਿੱਚ ਸਾਰੀਆਂ ਐਪਲੀਕੇਸ਼ਨ ਜਾਈ ਜਾਂਦੀਆਂ ਜੀ, ਤਾਂ ਪੁਆਇੰਟਸ ਜਿਹੜੇ ਹੈਗੇ ਉਹ ਡੈਫੀਨੇਟਲੀ ਅਪ ਜਾਣਗੇ ਜੀ। ਉਹ ਵਿੱਚ ਹਰੇਕ ਬੰਦਾ ਐਲੀਜੀਬਲ ਨਹੀਂ ਹੋ ਪਾਊਗਾ ਜੀ। ਬਹੁਤ ਸਾਰੇ ਕੁਐਸਚਨ ਨਿਕਲਦੇ ਆਉਂਦੇ ਹੈਗੇ ਕਿ ਕਿਹੜੇ ਪ੍ਰੋਗਰਾਮ ਹੈਗੇ ਆ। ਹੁਣ BC ਦੇ ਵਿੱਚ ਵੀ ਬਹੁਤ ਸਾਰੇ ਨੋਮੀਨੀ ਪ੍ਰੋਗਰਾਮ ਹੈਗੇ ਆ, ਉਹਨਾਂ ਬਾਰੇ ਗੱਲ ਕਰਨੀ ਚਾਹੁੰਦੇ ਆ। ਮੈਨੂੰ ਲੱਗਦਾ ਨੈਕਸਟ ਐਪੀਸੋਡ ਦੇ ਵਿੱਚ ਗੱਲ ਕਰਾਂਗੇ। ਪਰ ਤੁਹਾਡੇ ਵਿਊਅਰਸ ਨੂੰ ਕੀ ਮੈਸੇਜ ਹੈਗਾ ਹੈ, ਜੋ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਆ ਤਾਂ ਕਿੱਥੇ ਕਰ ਸਕਦੇ? ਹਾਂਜੀ, ਡੈਫੀਨੇਟਲੀ ਮੈਂ ਸਾਰੇ ਵਿਊਅਰਸ ਨੂੰ ਸੁਨੇਹਾ ਦੇਣਾ ਚਾਹੂੰਗਾ ਕਿ ਜੇ ਤੁਹਾਡੇ ਕਿਸੇ ਵੀ ਕਾਰਨ ਕਰਕੇ ਐਕਸਪ੍ਰੈਸ ਐਂਟਰੀ ਦੇ ਵਿੱਚ ਪੁਆਇੰਟਸ ਨਹੀਂ ਪੂਰੇ ਹੋ ਰਹੇ, ਜਾਂ ਤੁਸੀਂ ਕੈਨੇਡਾ ਦੇ ਵਿੱਚ ਐਲੀਜੀਬਲ EMPLOYER ਲੱਭ ਰਹੇ ਹੋ, ਤੁਹਾਨੂੰ ਕੋਈ ਜੌਬ ਨਹੀਂ ਮਿਲ ਰਹੀ, ਇਹ
ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਬੜਾ ਔਖਾ ਹੋ ਜਾਂਦਾ ਐਲੀਜੀਬਲ EMPLOYER ਨੂੰ ਲੱਭਣਾ, ਤਾਂ ਸਾਡੇ ਕੋਲ ਬਹੁਤ ਸਾਰੇ ਐਲੀਜੀਬਲ EMPLOYERS ਹੈਗੇ ਆ ਜਿਹੜੇ ਕਿ ਐਲੀਜੀਬਲ ਐਪਲੀਕੈਂਟਸ ਨੂੰ ਲੱਭ ਰਹੇ, ਐਲੀਜੀਬਲ ਵਰਕਰਸ ਨੂੰ ਲੱਭ ਰਹੇ। ਤਾਂ ਤੁਸੀਂ ਸਾਡੇ ਫੋਨ ਨੰਬਰ ਜਿਹੜੇ ਹੈਗੇ ਉਹਨਾਂ ਤੇ ਕੰਟੈਕਟ ਕਰ ਸਕਦੇ ਹੋ। 7785655399 ਸਾਡੇ ਆਫਿਸ ਦਾ ਡਾਇਰੈਕਟ ਨੰਬਰ ਹੈਗਾ ਜੀ। ਮੇਰਾ ਆਪਣਾ ਪਰਸਨਲ ਫੋਨ ਨੰਬਰ ਹੈਗਾ 7782463637। ਮੇਰੇ ਪਾਰਟਨਰ ਮਿਸਟਰ ਦੇਵ ਗਿੱਲ, ਉਹਨਾਂ ਦਾ ਫੋਨ ਨੰਬਰ ਹੈਗਾ 6045126708। ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਵੀਜ਼ਾ ਲਿੰਕ ਇਮੀਗ੍ਰੇਸ਼ਨ ਦਾ ਪੇਜ ਲਾਈਕ ਕਰ ਸਕਦੇ ਹੋ। ਅਸੀਂ ਵੱਖਰੀ ਇਨਫੋਰਮੇਸ਼ਨ ਉੱਥੇ ਵੀ ਪਾਉਂਦੇ ਰਹਿੰਦੇ ਹੈਗੇ ਆ। ਸਾਡੇ YouTube ਦੇ ਚੈਨਲ ਵੀਜ਼ਾ ਲਿੰਕ ਇਮੀਗ੍ਰੇਸ਼ਨ ਨੂੰ ਵੀ ਲਾਈਕ ਕਰ ਸਕਦੇ ਹੈਗੇ ਆ। ਅਸੀਂ ਜਿਹੜੀ ਇਹੀ ਇਨਫੋਰਮੇਸ਼ਨ ਹੈਗੀ ਆ ਉੱਥੇ ਵੀ ਪਹੁੰਚਦੀ ਕਰਾਂਗੇ। ਤੁਹਾਡਾ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੀ। ਵੀਜ਼ਾ ਲਿੰਕ ਇਮੀਗ੍ਰੇਸ਼ਨ ਤੋਂ ਗੱਲਬਾਤ ਹੋਈ ਅੱਜ ਗੁਰਮੀਤ ਸਿੱਧੂ ਦੇ ਨਾਲ, ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਇਸ ਤਰ੍ਹਾਂ ਹੀ ਤੁਹਾਡੇ ਤੱਕ ਇਨਫੋਰਮੇਸ਼ਨ ਜਿਹੜੀ ਇਮੀਗ੍ਰੇਸ਼ਨ ਦੇ ਰਿਲੇਟਡ ਇਸ ਸ਼ੋਅ ਦੇ ਜ਼ਰੀਏ ਅਸੀਂ ਪਹੁੰਚਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।